ਗਵਰਨਰ ਦਾ ਕੰਮ ਕੋਈ सूबे दे फैसलियां दे विच चुनियां हुई सरकारां च लत फसाउणा नहीं है, पर ये हट नहीं रहे। जद असी इक्को ही शक्ति की संतान हाँ तो फिर असी भैन भरा हाँ जी, फिर ये वखरेवें कह दे जातां दे धर्मां दे होरनां दे, पर जे तुसी बना ही ले बनाए रखो कि सारियां नूं भरा समझो, नफरत ना करो, गुस्सा ना करो, किसी के विरुद्ध भड़काहट ना करो, उन्होंने अपना काम कर दो, असीं अपना काम करांगे। जिवें साडे दो चेहरे नहीं मिलते ते असीं ये कोशिश करते हैं कि इनू सर्जरी करके इनू प्लास्टिक सर्जरी करके सारिਆਂ ਨੂੰ ਇੱਕੋ ਜਿਹੇ बना दिओ, सारे कीड़ियां काढ़ियां भेडां वांगू लगणगे। असीं कहने ना कि अलग-अलग सोहणे लगदे जी जी, कोई काला कोई चिट्टा कोई किसी किस्म का, कोई उच्चा कोई लम्मा कोई छोटा, सारा ये कुदरत ने इन्नी विलक्षणता बनाई। वो क्यों बनाई है? रब ने क्यों बनाई है? इसे करके कि ये संसार सोहना लगे। तुसीं हर एक नूं कहने कि इक्को जिहा ही कर देना, असीं इक्को ब्रश नाल पेंट करना। कल किसी ने चंगा टोना मारिया, कल नूं तुसीं कहोगे सानूं 3 रंग नहीं चंगे लगदे, असीं ते इक्को भखवां ही रंग दा झंडा कर देना। बिल्कुल जी। इत्थे आउण तो बाद उन्हां नूं पता लगा कि इत्थे ते सारे ही इकट्ठे होए फिरदे आ। हुण ओह बड़े चिंतित होए आ ते कोई ना कोई एजेंडा ਇਹੋ ਜਿਹਾ ਕੱਢਣਾ ਚਾਹੁੰਦੇ ਆ ਕਿ ਜਿਹਦੇ ਨਾਲ ਉਹਨਾਂ ਦੀ ਮੋੜ ਇੱਕ ਲੋਕਾਂ ਦੇ ਵਿੱਚ ਪਿਰਤ ਜੀ ਬਣ ਜੇ, ਲੋਕਾਂ ਨੂੰ ਲੱਗੇ ਕਿ ਅਸੀਂ ਕੁਝ ਕਰ ਰਹੇ ਹਾਂ, ਜਿਹਦੇ ਵਿੱਚੋਂ ਇਹ ਯੂਨੀਫਾਰਮ ਸਿਵਲ ਕੋਡ ਇੱਕ ਚਾਬੀ ਹੈ ਜਿਹੜੀ ਆਉਂਦਿਆਂ ਉਹਨਾਂ ਨੇ ਮਰੋੜੀ ਹੈ। ਜ਼ਰੂਰਤ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਿਹੜੇ ਸਭ ਤੋਂ ਪਾਵਰਫੁਲ ਬੰਦੇ ਆ, ਜਿਹੜੇ ਸਾਰੀ ਦੁਨੀਆ ਤੋਂ ਵੱਡੇ ਆਪਣੇ ਆਪ ਨੂੰ ਲੀਡਰ ਕਹਿੰਦੇ ਆ, ਉਹ ਆਪਣੇ ਘਰ 'ਚ ਜਿਹੜੀ ਅੱਗ ਲੱਗੀ ਉਹਨੂੰ ਬੁਝਾਉਣ 'ਚ ਕੁਝ ਕਰ ਨਹੀਂ ਰਹੇ ਹੈ, ਤਾਂ ਉੱਥੇ ਰਾਹੁਲ ਗਾਂਧੀ ਵੱਲੋਂ ਜਾਣਾ ਔਰ ਉਹਨਾਂ ਨੂੰ ਥੋੜੀ ਸਹਾਨੁਭੂਤੀ ਦਿਖਾਉਣੀ ਤੇ ਉਹਨਾਂ ਨੂੰ ਥੋੜਾ ਸ਼ਾਬਾਸ਼ ਦੇਣੀ, ਵਿਸ਼ਵਾਸ ਦੇਣਾ ਕਿ ਅਸੀਂ ਤੁਹਾਡੇ ਨਾਲ ਹਾਂ, ਅਸੀਂ ਛੇਤੀ ਕੋਈ ਹੱਲ ਕਰਾਂਗੇ, ਇਹ ਬਹੁਤ ਵੱਡੀ ਮਲਮ ਪੱਟੀ ਦਾ ਕੰਮ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ, ਤੁਸੀਂ ਦੇਖ ਰਹੇ ਹੋ ਕਾਂਸੀ ਟੀਵੀ ਤੇ ਅੱਜ ਫੇਰ ਹਾਜ਼ਰ ਹਾਂ ਕੁਝ ਨਵੇਂ ਮਸਲੇ ਲੈ ਕੇ। ਇਹਨਾਂ ਮਸਲਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਸਵਾਗਤ ਹੈ ਪ੍ਰੋਫੈਸਰ ਸਾਹਿਬ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ, ਜਿਵੇਂ ਦੇਖਿਆ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੇ ਗਵਰਨਰ ਦੀਆਂ ਕੀ ਪਾਵਰਾਂ ਹੋਣਗੀਆਂ, ਸੰਵਿਧਾਨਕ ਕੀ ਪਾਵਰਾਂ ਨੇ ਤੇ ਗਵਰਨਰ ਕਰ ਕੀ ਰਹੇ ਨੇ, ਜ਼ਿਆਦਾਤਰ ਕਿਹਾ ਜਾਂਦਾ ਕਿ ਗਵਰਨਰ ਏਜੰਟ ਹੁੰਦੇ ਨੇ ਸੈਂਟਰ ਦੇ ਸਰਕਾਰਾਂ ਦੇ, ਜਿਹੜੇ ਸਟੇਟ ਗਵਰਨਮੈਂਟ ਦੇ ਉੱਤੇ ਥੋਪੇ ਹੋਏ। ਤੇ ਹੁਣ ਪਿੱਛੇ ਜੇ ਆਪਾਂ ਦੇਖਿਆ ਪੰਜਾਬ ਦੇ ਗਵਰਨਰ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਖਿੱਚੋਤਾਣ ਹੋ ਰਹੀ ਸੀ, ਤੇ ਅੱਜ 2-4 ਦਿਨਾਂ ਤੋਂ ਇੱਕ ਨਵੀਂ ਖਬਰ ਆ ਰਹੀ ਹੈ ਕਿ ਸਟੈਲਨ ਨੇ ਜਿਹੜੇ ਮੁੱਖ ਮੰਤਰੀ ਨੇ ਤਾਮਿਲਨਾਡੂ ਦੇ, ਉੱਥੇ ਉਹਨਾਂ ਨੇ ਕੀ ਕੀਤਾ, ਗਵਰਨਰ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਉੱਥੋਂ ਦੇ ਬਿਜਲੀ ਮੰਤਰੀ ਨੂੰ ਹਟਾ ਦਿੱਤਾ। ਉਹ ਕੀ ਮਾਮਲਾ ਪ੍ਰੋਫੈਸਰ ਸਾਹਿਬ? ਨਹੀਂ, ਮਾਮਲਾ ਤਾਂ ਉਹੀ ਹੈ ਜੋ ਇੱਥੇ ਹੋ ਰਿਹਾ, ਜੋ ਕੇਰਲਾ 'ਚ ਹੋਇਆ, ਜੋ ਪੱਛਮੀ ਬੰਗਾਲ ਦੇ ਵਿੱਚ ਹੋਇਆ। ਮਾਮਲਾ ਕੋਈ ਅਲੱਗ ਨਹੀਂ ਹੈ। ਦੇਸ਼ ਦੇ ਅੰਦਰ ਇੱਕ ਨਵੀਂ ਕਿਸਮ ਦਾ ਗੁਰਦੀਪ ਮਾਹੌਲ ਬਣਾਇਆ ਜਾ ਰਿਹਾ, ਜਿੱਥੇ ਚੁਣੇ ਹੋਏ ਲੋਕਾਂ ਦੀ ਇੱਜ਼ਤ ਨਾ ਕਰਕੇ ਸਾਡਾ ਸੰਵਿਧਾਨ ਤੇ ਚੁਣੇ ਹੋਏ ਲੋਕਾਂ ਨੂੰ ਸੁਪਰੀਮ ਰੱਖਦਾ ਆ, ਉਸ ਨੂੰ ਇੱਕ ਪਾਸੇ ਕਰਕੇ ਇਸ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰੀਕਨ ਸਿਸਟਮ ਵਰਗਾ ਸਿਸਟਮ ਇੱਥੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਆ ਜਾਏ। ਤੇ ਉਹਦੀ ਸ਼ੁਰੂਆਤ ਹੈ ਕਿਵੇਂ ਕਿ ਜਦੋਂ ਚੁਣੇ ਹੋਏ ਲੋਕਾਂ ਨੂੰ ਤੁਸੀਂ ਇੱਕ ਪਾਸੇ ਕਰਕੇ, ਗਵਰਨਰ ਪੰਜਾਬ ਦੇ ਅੰਦਰ ਵੀ ਦੇਖੋ ਆਪਣੇ ਆਪ ਜਾ ਕੇ ਮੀਟਿੰਗਾਂ ਕਰਦੇ ਫਿਰਦੇ ਆ, ਰੈਲੀਆਂ ਮਿਲਦੇ ਫਿਰਦੇ ਆ, ਕਈ ਚੱਕਰ ਲਾਉਂਦੇ ਫਿਰਦੇ ਆ, ਫਿਰ ਆਪਣੇ ਤੌਰ ਤੇ ਹੀ ਕਿਸੇ BC ਨੂੰ ਹਟਾਉਣ ਦਾ ਫੈਸਲਾ ਲੈ ਲੈਂਦੇ। ਇਸ ਕਿਸਮ ਦਾ ਤੁਸੀਂ ਚੁਣੀ ਹੋਈ ਸਰਕਾਰਾਂ ਨੂੰ ਬਿਨਾਂ ਕੰਸਲਟ ਕੀਤਿਆਂ, ਬਿਨਾਂ ਤੁਸੀਂ ਉਸ ਨੂੰ ਆਪਣੇ ਵਿਸ਼ਵਾਸ 'ਚ ਲਿਆ ਆਪਣੀ ਚਲਾਉਣ ਲੱਗ ਜਾਓਗੇ ਤਾਂ ਫਿਰ ਕਨਫਰੰਟੇਸ਼ਨ ਤੇ ਹੋਊਗੀ। ਬਿਲਕੁਲ ਉਹੀ ਪਹਿਲਾਂ ਵੀ ਇਹ ਹੋਇਆ, ਇਹ ਪਹਿਲੀ ਗੱਲ ਨਹੀਂ ਕਿ ਤਾਮਿਲਨਾਡੂ 'ਚ ਪਹਿਲੀ ਵਾਰੀ ਹੋਇਆ, ਪਰ ਹੁਣ ਤੇ ਉਹਨਾਂ ਨੇ ਕਮਾਲ ਹੀ ਕਰ ਦਿੱਤੀ ਕਿ ਜਦ ਕਿ ਕਿਸੇ ਵੀ ਮਿਨਿਸਟਰ ਨੂੰ ਲਾਉਣ ਦਾ ਅਧਿਕਾਰ ਚੀਫ ਮਿਨਿਸਟਰ ਨੂੰ ਆ, ਉਹਦਾ ਆਪਣਾ ਪ੍ਰੀਵਿਊ ਹੈਗਾ ਆ, ਪਰ ਅੱਛਾ ਫਿਰ ਕਿਸੇ ਨੂੰ ਜਦੋਂ ਹਟਾਉਣਾ ਤਾਂ ਉਹ ਚੀਫ ਮਿਨਿਸਟਰ ਕੈਬਨਿਟ ਨੂੰ ਪੁੱਛ ਕੇ ਜਾਂ ਆਪਣੀ ਵੱਲੋਂ ਹਟਾ ਸਕਦੇ, ਕਿਉਂਕਿ ਅਪੁਆਇੰਟਿੰਗ ਅਥਾਰਟੀ ਚੀਫ ਮਿਨਿਸਟਰ ਹੁੰਦੇ ਆ। ਜਦੋਂ ਅਚਾਨਕ ਕਿਸੇ ਚੀਫ ਮਿਨਿਸਟਰ ਨੂੰ ਚੁਣੀ ਹੋਈ ਸਰਕਾਰ ਨੂੰ ਇਹ ਪਤਾ ਲੱਗੂਗਾ ਕਿ ਗਵਰਨਰ ਸਾਡੇ ਵੱਲੋਂ ਨਾਮਜ਼ਦ ਜਾਂ ਅਪੁਆਇੰਟਡ ਕਿਸੇ ਮਿਨਿਸਟਰ ਨੂੰ ਆਪਣੀ ਮਨਮਰਜ਼ੀ ਨਾਲ ਹਟਾ ਰਿਹਾ ਆ ਬਿਨਾਂ ਕੰਸਲਟ ਕੀਤਿਆਂ, ਤਾਂ ਹੈ ਤੇ ਤਾਨਾਸ਼ਾਹੀ ਜੀ। ਇਹ ਇੱਕ ਛੋਟੇ ਪੱਧਰ ਦੇ ਉੱਤੇ ਗੁਰਦੀਪ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਲਾਗੂ ਕਰਕੇ ਕਿ ਜੇ ਇਸ ਤਰੀਕੇ ਦੀਆਂ ਆਪ ਹੁਦਰਾਸ਼ਾਹੀ ਨੂੰ ਅਸੀਂ ਲਾਗੂ ਕਰਾਂਗੇ, ਸੰਵਿਧਾਨ ਤੋਂ ਪਰਾਂ ਜਾ ਕੇ, ਕਾਨੂੰਨ ਤੋਂ ਪਰਾਂ ਜਾ ਕੇ, ਤੇ ਇੱਕ ਚੁਣੇ ਹੋਏ ਲੋਕਾਂ ਦੀ
ਇੱਜ਼ਤ ਮਾਣ ਜਾਂ ਉਹਨਾਂ ਦਾ ਸਟੇਟਸ ਹੈਗਾ ਇੱਕ ਡੈਮੋਕ੍ਰੇਸੀ ਦੇ ਸੰਵਿਧਾਨ ਦੇ ਵਿੱਚ ਸਾਡੇ 'ਚ, ਉਸ ਨੂੰ ਅੱਖੋਂ ਪਰੋਖੇ ਕਰਕੇ ਅਸੀਂ ਆਪਣੇ ਤੌਰ ਤੇ ਕੀ ਆਪਣੀ ਮਨ ਦੀਆਂ ਚਲਾ ਸਕਦੇ ਹਾਂ ਜੀ। ਇਹ ਦੇਖਣ ਵਾਲੀ ਗੱਲ ਹੈ ਕਿ ਕੋਸ਼ਿਸ਼ਾਂ ਬਾਰ-ਬਾਰ ਇਹੀ ਹੋ ਰਹੀਆਂ। ਜਾਣੀ ਤੁਸੀਂ ਇੰਜ ਸਮਝ ਲਓ ਕਿ ਮਿੰਨੀ ਪ੍ਰੈਜ਼ੀਡੈਂਟ ਗਵਰਨਰ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਆ। ਚੀਫ ਮਿਨਿਸਟਰ ਕੀ ਹੁੰਦਾ, ਕੈਬਨਿਟ ਕੀ ਹੁੰਦੀ ਹੈ, ਜ਼ਿਆਦਾਤਰ ਉੱਥੇ ਹੋ ਰਿਹਾ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈਗੀ, ਉਹ ਗਵਰਨਰ ਦੇ ਥਰੂ ਉੱਥੇ ਰੂਲ ਕਰਨਾ ਨਹੀਂ। ਉੱਥੇ ਜਿੱਥੇ ਉਹਨਾਂ ਦੀ ਆਪਣੀ ਸਰਕਾਰ ਆ ਉੱਥੇ ਤਾਂ ਕਰਨ ਦੀ ਲੋੜ ਹੀ ਨਹੀਂ, ਉੱਥੇ ਤਾਂ ਹੈ ਹੀ ਕਿ ਉਹ ਖਿਚੜੀ, ਉੱਥੇ ਤਾਂ ਗਵਰਨਰ ਦੀ ਵੀ ਕੋਈ ਲੋੜ ਨਹੀਂ ਹੈ ਕਿਉਂਕਿ ਚੀਫ ਮਿਨਿਸਟਰ ਸਿੱਧਾ ਹੀ ਰੋਜ਼ ਇਨਫੋਰਮੇਸ਼ਨ ਦੇ ਹੀ ਰਿਹਾ ਜੀ। ਗਵਰਨਰ ਦਾ ਜਿਵੇਂ ਤੁਸੀਂ ਠੀਕ ਕਿਹਾ, ਉਹ ਅਹੁਦੇ ਦਾ ਮੁੱਖ ਪਰਪਸ ਇਹ ਹੈ ਕਿ ਇੱਕ ਲਿੰਕ ਹੈਗਾ, ਇਹ ਸੈਂਟਰ ਦਾ ਨੁਮਾਇੰਦਾ ਸਟੇਟ ਦੇ ਵਿੱਚ ਕੀ ਹੋ ਰਿਹਾ, ਜਿਵੇਂ ਐਮਬੈਸੀਆਂ ਹੁੰਦੀਆਂ, ਬਿਲਕੁਲ ਜੀ। ਉਹ ਆਪਣੀ ਐਮਬੈਸੀ ਆਪਣੇ ਦੇਸ਼ ਨੂੰ ਰੋਜ਼ ਹਰ ਦੇਸ਼ ਬਾਰੇ ਖਬਰ ਸ਼ਾਮ ਤੱਕ ਭੇਜਦੀ ਆ, ਜਾਂ ਕੋਈ ਐਮਰਜੈਂਸੀ ਹੋਵੇ ਤਾਂ ਤੁਰੰਤ ਭੇਜਦੀ ਆ, ਅਲਰਟ ਕਰਦੀ ਆ ਵੀ ਇੱਥੇ ਆ ਕੁਝ ਹੋ ਰਿਹਾ। ਗਵਰਨਰ ਦਾ ਕੰਮ ਇਹ ਹੈ, ਉਹੋ ਹੀ ਕੰਮ ਹੈਗਾ। ਅੰਗਰੇਜ਼ਾਂ ਦੀਆਂ ਦੇਣਾ ਇਹ ਹੈਗੀਆਂ ਕਿ ਤੁਸੀਂ ਸੂਬੇ ਦੀ ਰਾਜਨੀਤੀ, ਭਾਵੇਂ ਉਹ ਆਪਣੀ ਪਾਰਟੀ ਦੀ ਆ ਭਾਵੇਂ ਵਿਰੋਧੀ ਪਾਰਟੀ ਦੀ ਆ, ਉੱਥੇ ਧਰਾਤਲ ਤੇ ਚੱਲ ਕੀ ਰਿਹਾ ਉਹ ਕੇਂਦਰੀ ਸਰਕਾਰ ਨੂੰ ਉਹਦੇ ਬਾਰੇ ਅਵਗਤ ਕਰਾਉਣਾ, ਰਿਪੋਰਟ ਲਗਾਤਾਰ ਕਰਨਾ। ਮੈਂ ਖੁਦ ਇਹਦਾ ਆਈ ਵਿਟਨੈਸ ਹੈ ਕਿ ਕਿਵੇਂ ਹੁੰਦਾ, ਕਿਉਂਕਿ ਮੈਂ ਕੁਝ ਦੇਰ ਗਵਰਨਰ ਦੇ ਘਰ ਰਿਹਾ, ਦੇਖਿਆ ਸੈਸ਼ਨ ਚੱਲਦਾ ਕਿਵੇਂ ਹੁੰਦਾ, ਕਿਵੇਂ ਲਗਾਤਾਰ ਡਾਇਰੈਕਟ ਲਾਈਵ ਜਿਹੜੀ ਹੈ ਜੀ ਪ੍ਰਸਾਰਨ ਉੱਥੋਂ ਜਦੋਂ ਅਸੈਂਬਲੀ ਚੱਲਦੀ ਹੈ ਉਹਦੇ ਕੋਲ ਸਿੱਧਾ ਸਾਰਾ ਕੁਝ ਉੱਥੇ ਗਵਰਨਰ ਕੋਲ ਆਪਣੇ ਹਾਊਸ ਦੇ ਵਿੱਚ ਆ ਰਿਹਾ ਹੁੰਦਾ, ਤੇ ਕੋਈ ਵੀ ਗੱਲ ਤੁਰੰਤ ਹੋਵੇ ਤਾਂ ਉਹਦਾ ਫਰਜ਼ ਬਣਦਾ। ਇੰਨਾ ਹੀ ਕੰਮ ਹੈ ਗਵਰਨਰ ਦਾ। ਗਵਰਨਰ ਦਾ ਕੰਮ ਕੋਈ ਸੂਬੇ ਦੇ ਫੈਸਲਿਆਂ ਦੇ ਵਿੱਚ ਚੁਣੀਆਂ ਹੋਈਆਂ ਸਰਕਾਰਾਂ 'ਚ ਲੱਤ ਫਸਾਉਣਾ ਨਹੀਂ ਹੈ, ਪਰ ਇਹ ਹਟ ਨਹੀਂ ਰਹੇ। ਇਸ ਕਰਕੇ ਪੰਜਾਬ ਦੇ ਵਿੱਚ ਅੱਜ ਇਸ ਗੱਲ ਦਾ ਕਾਫੀ ਸ਼ੋਰ ਸ਼ਰਾਬਾ ਮਚਿਆ ਹੋਇਆ, ਮੀਡੀਆ ਵੀ ਪਾ ਰਿਹਾ ਕਿ ਕਿਉਂਕਿ ਮੌਕਾ ਤੇ ਲੱਗਦਾ ਹੀ ਆਮ ਆਦਮੀ ਪਾਰਟੀ ਨੂੰ, ਉਹਨਾਂ ਦਾ ਖੁਦ ਸਿੱਧਾ ਬਨਵਾਰੀ ਲਾਲ ਪੁਰੋਹਿਤ ਹੋਣਾ ਨਾ ਪਿੱਛਾ ਪਿਆ ਹੀ ਰਹਿੰਦਾ ਕਿ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਇਹ ਇਸ ਤਰ੍ਹਾਂ, ਮਤਲਬ ਆਮ ਆਦਮੀ ਪਾਰਟੀ ਦੀ ਸੋਰੇ ਬਣੀ ਆ, ਉੱਥੇ ਦਿਆਂ ਨੇ ਵੀ ਇੰਜ ਕਰਤਾ ਹੈ ਤੇ ਕੇਂਦਰ ਨੂੰ ਸੋਚਣਾ ਚਾਹੀਦਾ, ਇਸ ਤਰ੍ਹਾਂ ਸਾਡੇ ਨਾਲ ਵੀ ਇੰਜ ਹੋ ਰਿਹਾ। ਇਹ ਅੱਜ ਮੁੱਦਾ ਬੜਾ ਗਰਮ ਹੋਇਆ। ਚਾਹੀਦਾ ਹੈ ਕਿ ਜੇ ਇਸ ਦੇਸ਼ ਦੇ ਅੰਦਰ ਆਪਾਂ ਇੱਕ ਸੰਵਿਧਾਨਕ ਕਮੇਟੀ ਵੱਲੋਂ ਇੰਨੇ ਸਾਲ ਲਾ ਕੇ ਮਿਹਨਤ ਕਰਕੇ ਸੰਵਿਧਾਨ ਬਣਾਇਆ, ਜਿਹਦੇ ਵਿੱਚ ਆਮ ਬੰਦਿਆਂ ਦੀ ਜਗ੍ਹਾ ਰੱਖੀ ਗਈ ਆ, ਉਹਨਾਂ ਨੂੰ ਇੱਕ ਅਦਬ ਤੇ ਸਤਿਕਾਰ ਵਾਲੀ ਜਗ੍ਹਾ ਦਿੱਤੀ ਗਈ ਹੈ ਤਾਂ ਕਿ ਉਹ ਵੀ ਬਾਕੀ ਸ਼ਹਿਰੀਆਂ ਵਾਂਗੂ ਬਰਾਬਰ ਦੇ ਸ਼ਹਿਰੀ ਜਿਹੜੇ ਆਪਣੇ ਆਪ ਨੂੰ ਇੱਥੇ ਮੰਨਣ, ਬਰਾਬਰ ਦੀ ਜਿਸ ਤਰ੍ਹਾਂ ਸੰਵਿਧਾਨਿਕ ਬਰਾਬਰਤਾ ਹੈਗੀ ਆ, ਕਾਨੂੰਨਨ ਬਰਾਬਰਤਾ ਹੈਗੀ ਆ, ਉਹਦੇ ਵਿੱਚ ਪ੍ਰਾਵਧਾਨ ਹੈ ਕਿ ਹੌਲੀ ਹੌਲੀ ਸਮਾਜਿਕ ਵਖਰੇਵੇਂ ਛੱਡ ਕੇ ਉੱਥੇ ਐਕਚੁਅਲੀ ਧਰਾਤਲ ਦੀ ਬਰਾਬਰਤਾ ਵੀ ਆਏ। ਪਰ ਜੇ ਤੁਸੀਂ ਸੰਵਿਧਾਨ ਨੂੰ ਹੀ ਮੰਨਣਾ ਛੱਡ ਦੇਣਾ, ਉਹਨੂੰ ਹੀ ਸਿੱਕੇ ਟੰਗ ਦੇਣਾ, ਫਿਰ ਤੇ ਇੱਥੇ ਤੁਸੀਂ ਰਾਮ ਰਾਜ ਜਾਂ ਜਿਹਨੂੰ ਕਹਿੰਦੇ ਆ ਹਿੰਦੂ ਰਾਸ਼ਟਰ ਜਾਂ ਕਿਸੇ ਕਿਸਮ ਦਾ ਉਸ ਕਿਸਮ ਦੀ ਗੱਲ ਵੱਲ ਚੱਲ ਰਹੇ ਆ। ਤੁਸੀਂ ਆਪਣਾ ਮਨਮਾਨੀਆਂ ਕਰ ਰਹੇ ਆ, ਤਾਨਾਸ਼ਾਹੀ ਕਰ ਰਹੇ ਆ, ਇੱਕ ਖਾਸ ਕੁਝ ਬੰਦਿਆਂ ਦੀ ਜਾਂ ਕੁਝ ਖਾਸ ਬੰਦਿਆਂ ਦੀ ਜਿਹੜੀ ਕੋਟਰੀ ਆ ਉਹਨਾਂ ਦੀ ਮਨਮਰਜ਼ੀਆਂ ਨੂੰ ਆਮ ਜਨਤਾ ਤੇ ਲਾਗੂ ਕਰ ਰਹੇ ਆ। ਵੋਟਾਂ ਜ਼ਰੂਰ ਹਾਲ ਦੀ ਘੜੀ ਲੈ ਰਹੇ ਆ ਜੀ, ਕੱਲ ਨੂੰ ਵੋਟਾਂ ਲੈਣ ਵਾਲਾ ਵੀ ਸਿਸਟਮ ਰਹੂਗਾ ਕਿ ਨਹੀਂ ਰਹੂਗਾ, ਇਹ ਪਹਿਲੀਆਂ ਇੰਡੀਕੇਸ਼ਨਸ ਆ ਕਿ ਉਹ ਗਰੰਟੀ ਤਾਂ ਹੋਊਗੀ ਜੇ ਲੋਕ ਅੱਜ ਹੀ ਚੇਤਨ ਹੋਣਗੇ ਔਰ ਇਹਨਾਂ ਗਵਰਨਰਾਂ ਦਾ ਜਾਂ ਇਹੋ ਜਿਹੀ ਆਪ ਹੁਦਰਾਸ਼ਾਹੀ ਦਾ ਡਟ ਕੇ ਵਿਰੋਧ ਕਰਨਗੇ। ਨਹੀਂ ਤੇ ਫਿਰ ਜਦੋਂ ਉਹਨਾਂ ਦਾ ਹੱਥ ਜਾਂ ਕੁੰਡਾ ਮਜ਼ਬੂਤ ਹੋ ਜਾਊਗਾ ਤੇ ਫਿਰ ਜਦੋਂ ਅਸੀਂ ਬੋਲਣ ਲੱਗਾਂਗੇ ਤਾਂ ਫਿਰ ਕਹਿਣਗੇ ਕਿ ਉਦੋਂ ਤੇ ਬੋਲੇ ਨਹੀਂ, ਹੁਣ ਕਿਉਂ ਬੋਲਦੇ। ਬਿਲਕੁਲ ਜੀ। ਪ੍ਰੋਫੈਸਰ ਸਾਹਿਬ, ਇਸ ਦੇ ਨਾਲ ਹੀ ਆਪਾਂ ਦੇਖੀਏ ਕਿ ਜਦੋਂ ਦਾ ਯੂਨੀਫਾਰਮ ਸਿਵਲ ਕੋਡ ਦੀ ਗੱਲ ਚੱਲ ਰਹੀ ਹੈ ਪਿਛਲੇ ਦਿਨਾਂ ਤੋਂ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਆ, ਵੱਖ-ਵੱਖ ਲੀਡਰ ਨੇ ਜਿਵੇਂ ਆਪਣੇ ਐਸਜੀਪੀਸੀ ਦੇ ਧਾਮੀ ਸਾਹਿਬ ਨੇ ਤੇ ਚੀਮਾ ਸਾਹਿਬ ਨੇ, ਦਲਜੀਤ ਸਿੰਘ ਚੀਮਾ ਸਾਹਿਬ, ਤੇ ਉਧਰੋਂ ਅਕਾਲੀ ਦਲ ਦੇ, ਤੇ ਉਧਰੋਂ ਤਾਮਿਲਨਾਡੂ ਦੇ ਜਿਹੜੇ ਸਟਾਲਨ ਨੇ ਉਹਨਾਂ ਨੇ ਵੀਰੇ ਤੇ ਆਪਣੇ ਪੱਖ ਜਿਹੜੇ ਜ਼ਾਹਿਰ ਕੀਤੇ ਨੇ। ਕੀ ਉਹਨਾਂ ਦੇ ਸਟੇਟਮੈਂਟਾਂ ਨੇ ਉਹ ਪ੍ਰੋਫੈਸਰ ਸਾਹਿਬ ਕੀ ਮੁੱਦਾ ਜੀ? ਨਹੀਂ, ਮੁੱਦਾ ਤੇ ਗੁਰਦੀਪ ਬੜਾ ਸਾਫ਼ ਹੈਗਾ ਕਿ ਸਾਰੀਆਂ ਹੀ ਜਿਹੜੀਆਂ ਡੈਮੋਕ੍ਰੇਸੀ ਨੂੰ ਪਿਆਰ ਕਰਨ ਵਾਲੀਆਂ ਪਾਰਟੀਆਂ, ਜਿਹੜੀਆਂ ਧਰਮ ਨਿਰਪੱਖਤਾ ਦਾ ਰਾਜ ਚਾਹੁੰਦੀਆਂ, ਜਿਹੜੀਆਂ ਘੱਟ ਗਿਣਤੀਆਂ ਦੇ ਹੱਕ ਦੇ ਵਿੱਚ ਖੜੀਆਂ ਆ, ਉਹ ਸਾਰੀਆਂ ਇਸ ਗੱਲ ਤੋਂ ਇੱਕਦਮ ਸਤਰਕ ਹੋ ਗਈਆਂ ਆ ਕਿ ਭਾਈ ਇਹ ਜਿਹੜਾ UCC ਦਾ ਯੂਨੀਫਾਰਮ ਸਿਵਲ ਕੋਡ, ਜਾਂ ਤੁਸੀਂ ਕਹਿ ਲਓ ਕਿ ਸਾਰਿਆਂ ਨੂੰ ਇੱਕੋ ਰੱਸੇ ਬੰਨਣਾ, ਉਹਨਾਂ ਦੇ ਜਿਹੜੇ ਪਰਸਨਲ ਲਾਜ਼ ਹੈਗੇ ਆ, ਜਿਹੜੇ ਕਸਟਮਰੀ ਤੁਹਾਡੇ ਰਵਾਇਤੀ ਹੱਕ ਹਕੂਕ ਹੈ, ਉਹਨਾਂ ਸਾਰਿਆਂ ਨੂੰ ਖਤਮ ਕਰਕੇ ਤੁਸੀਂ ਇੱਕੋ ਰੱਸੇ ਬੰਨਣ ਦੀ ਕੋਸ਼ਿਸ਼ ਕਰਨੀ, ਉਹ ਇੱਕ ਆਪਣੇ ਆਪ 'ਚ ਵੱਡਾ ਮੁੱਦਾ ਬਣ ਗਿਆ। ਤੇ ਲੱਗਦਾ ਇਹ ਹੈ ਕਿ ਜਿਹੜਾ ਸੱਪ ਪਟਾਰੀ 'ਚੋਂ ਅਸੀਂ ਸੋਚ ਰਹੇ ਸੀ ਕਿ ਕੀ ਕੱਢਣਗੇ ਮੋਦੀ ਜੀ ਜਾਂ ਅਮਿਤ ਸ਼ਾਹ ਦੀ ਜੋੜੀ ਜਾਂ ਜਿਹੜੇ NDA ਦੀ ਸਰਕਾਰ ਆਉਣ ਵਾਲੇ
ਸਮਿਆਂ ਦੇ ਵਿੱਚ ਜਿਹੜੀ 2024 ਦੀ ਜਨਰਲ ਇਲੈਕਸ਼ਨ ਹੋਣੀ ਆ ਉਸ ਨੂੰ ਕਿਸ ਪਲੈਂਕ ਤੇ ਲੜਿਆ ਜਾਊਗਾ, ਇਹ ਆਪਾਂ ਸਾਰੇ ਸੋਚ ਰਹੇ ਸੀ ਵੀ ਕੁਛ ਨਾ ਕੁਛ ਤੇ ਕਰਨਗੇ। ਪਿਛਲੀ ਵਾਰੀ ਬਾਲਾਕੋਟ ਦਾ ਕੀਤਾ, ਐਤਕੀ ਕਿਹੜਾ ਨਵਾਂ ਕੋਈ ਪੇਚ ਇੱਥੇ ਹੋਊਗਾ। ਕੁਛ ਤੇ ਹੈ ਹੀ ਆ ਸਾਨੂੰ ਪਤਾ, ਪਰ ਕੁਛ ਉਹਨਾਂ ਨੇ ਆਪਣੇ ਤੇਵਰ ਜਿਹੜੇ ਆ ਉਹਨਾਂ ਦੇ ਸਪੋਕਸਮੈਨ ਬੀਜੇਪੀ ਦੇ ਹੋਰ ਸਾਰੇ ਉਹਨਾਂ ਨੇ ਸਾਫ਼ ਕਰਤੇ। ਉਹ ਕਹਿੰਦੇ ਜੀ ਦੇਖੋ ਜੀ ਬਾਕੀ ਗੱਲਾਂ ਸਾਰੀਆਂ ਭੁੱਲ ਗਏ, ਅਸੀਂ ਰੁਜ਼ਗਾਰ ਦੇਣਾ ਸੀ, ਅਸੀਂ ਕਿਸਾਨਾਂ ਦੀਆਂ ਜਿਣਸਾਂ ਦਾ ਭਾਅ ਦੁੱਗਣਾ ਕਰਨਾ ਸੀ, ਅਸੀਂ ਮਜ਼ਦੂਰਾਂ ਦਾ ਸੱਤਰ ਉੱਚਾ ਚੁੱਕਣਾ ਸੀ, ਅਸੀਂ ਹੋਰ ਗੱਲਾਂ, ਉਹ ਸਾਰੀਆਂ ਸਿਹਤ ਸਿੱਖਿਆ ਜਿਹੜੀਆਂ ਮੁੱਢਲੀਆਂ ਗੱਲਾਂ, ਜ਼ਮੀਨ ਪਾਣੀ, ਇਹ ਸਾਰਾ ਜੰਗਲ ਦਾ ਵਾਤਾਵਰਨ, ਇਹ ਸਾਰੇ ਮੁੱਦਿਆਂ ਨੂੰ ਇੱਕ ਪਾਸੇ ਰੱਖ ਕੇ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਗੱਲ ਨੂੰ ਹਵਾ ਦਿੱਤੀ ਜਾ ਰਹੀ ਹੈ ਤੇ ਪਖਾਈ ਜਾ ਰਹੀ ਹੈ ਬੀਜੇਪੀ ਵੱਲੋਂ, ਉਹ ਇਹ ਆ ਕਿ ਦੇਖੋ ਜੀ ਅਸੀਂ ਤੇ 3 ਵਾਅਦੇ ਕੀਤੇ ਸੀਗੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ 2019 ਦੇ ਵਿੱਚ। ਉਹਨਾਂ ਚੋਂ ਇੱਕ ਸੀ ਕਿ ਅਸੀਂ ਰਾਮ ਮੰਦਿਰ ਬਣਾਵਾਂਗੇ, ਜੀ ਸਦਕੇ ਬਣਾਓ, ਬਿਲਕੁਲ ਜੀ, ਠੀਕ ਹੈ। ਜੇ ਤੁਸੀਂ ਰਾਮ ਮੰਦਿਰ ਬਣਾਉਣਾ ਹੀ ਹੈ ਤੇ ਨਾਲ ਜਿਹੜਾ ਉਸੇ ਹੀ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਸੀ ਕਿ ਜਿਹੜੀ ਮਸਜਿਦ ਉੱਥੋਂ ਹਟੂਗੀ ਉਹਨੂੰ ਕੁਛ ਦੇਰ ਦੂਰੀ ਦੇ ਉੱਤੇ ਉਹਨੂੰ ਜਗ੍ਹਾ ਦਿੱਤੀ ਹੋਈ ਹੈ ਕਿ ਉਹ ਵੀ ਉੱਥੇ ਬਣਾਈ ਜਾਊਗੀ। ਇੱਟ ਨਹੀਂ ਲੱਗੀ ਅਜੇ ਇੱਟ ਜੀ, ਇਹਦਾ ਮਤਲਬ ਤੇ ਤੁਸੀਂ ਸਾਫ਼-ਸਾਫ਼ ਦੱਸਣਾ ਚਾਹੁੰਦੇ ਆ ਕਿ ਅਸੀਂ ਮਸਜਿਦ ਨੂੰ ਹਟਾ ਕੇ ਸਿਰਫ ਤੇ ਸਿਰਫ ਅਸੀਂ ਰਾਮ ਮੰਦਿਰ ਬਣਾਉਣਾ ਸੀਗਾ ਤੇ ਉਹ ਰਾਮ ਮੰਦਿਰ ਉੱਥੇ ਬਣ ਜਾਊਗਾ। ਉਹਦਾ ਇਨੈਗੂਰੇਸ਼ਨ ਦਸੰਬਰ ਜਨਵਰੀ ਚ ਕਿਸੇ ਵੇਲੇ ਵੀ ਪ੍ਰਧਾਨ ਮੰਤਰੀ ਜੀ ਨਹੀਂ ਬਿਲਕੁਲ ਕਰਨਗੇ, ਇਲੈਕਸ਼ਨਾਂ ਤੋਂ ਪਹਿਲਾਂ ਕਰਨਗੇ, ਬਿਲਕੁਲ ਉਹ ਤੇ ਤੈਅ ਆ, ਉਹ ਤੇ ਹਰ ਹਾਲਤ ਹੋਊਗਾ ਕਿਉਂਕਿ ਉਹ ਵੀ ਇੱਕ ਇਲੈਕਸ਼ਨ ਨੂੰ ਹਵਾ ਦੇਣ ਦਾ ਏਜੰਡਾ ਹੋਊਗਾ। ਦੂਸਰਾ ਉਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਇਹ ਗੱਲ ਕਹੀ ਹੈ ਕਿ ਅਸੀਂ ਧਾਰਾ 370 ਹਟਾਉਣ ਦਾ ਵਾਅਦਾ ਕੀਤਾ ਸੀ, ਉਹ ਅਸੀਂ ਹਟਾਤੀ ਤੇ ਦੇਖੋ ਹੁਣ ਕਿੰਨੀ ਸ਼ਾਂਤੀ ਆ। ਕੱਲ੍ਹ ਹੀ ਉਹਨਾਂ ਦੇ ਬੰਦੇ ਇਸ ਗੱਲ ਤੇ ਗੁਰਦੀਪ ਕਹਿ ਰਹੇ ਸੀ ਕਿਹੜੀ ਸ਼ਾਂਤੀ ਆ, ਕੀ ਉੱਥੇ ਨੌਜਵਾਨ ਮਰਨੋਂ ਹਟ ਗਏ, ਕੀ ਨੌਜਵਾਨਾਂ ਨੇ ਬੰਦੂਕਾਂ ਰੱਖ ਦਿੱਤੀਆਂ, ਕੀ ਉੱਥੇ ਤੁਸੀਂ ਵਾਅਦੇ ਕੀਤੇ ਸੀ ਕਿ ਅਸੀਂ ਵੱਡੇ ਪੱਧਰ ਤੇ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, ਦੇਤਾ। ਤੁਸੀਂ ਵਾਅਦੇ ਕੀਤੇ ਕਿ ਅਸੀਂ ਕਸ਼ਮੀਰੀ ਪੰਡਤਾਂ ਨੂੰ ਵਾਪਸ ਲੈ ਜਾਵਾਂਗੇ, ਇੱਕ ਵੀ ਗਿਆ ਤੇ ਦੱਸ ਦਿਓ ਜੀ। ਜਿਹੜੇ ਸਗੋਂ ਉੱਥੇ ਰਹਿ ਰਹੇ ਸੀ ਤੁਹਾਡੀ ਇਹੋ ਜਿਹੀ ਚਿੰਜੜੀਆਂ ਦੇ ਨਾਲ, ਇਹੋ ਜਿਹੇ ਤੁਹਾਡੇ ਲੋਕਾਂ ਦੇ ਨਾਲ ਪੰਗੇ ਲੈਣ ਦੇ ਨਾਲ, ਰਾਜਨੀਤਿਕ ਪੰਗੇ ਲੈਣ ਦੇ ਨਾਲ ਹੋਇਆ ਇਹ ਹੈ ਕਿ ਜਿਹੜੇ ਹੋਰ ਸਗੋਂ ਉੱਥੋਂ ਪੰਡਿਤ ਆ ਉਹਨਾਂ ਨੂੰ ਮਾਈਗ੍ਰੇਟ ਕਰਨਾ ਪਿਆ, ਜੰਮੂ ਵੱਲ ਆਉਣਾ ਪਿਆ। ਤੀਜੀ ਗੱਲ ਕਹਿੰਦੇ ਜੇ ਅਸੀਂ ਇਹੋ ਕਿਹਾ ਸੀ ਕਿ ਯੂਨੀਫਾਰਮ ਸਿਵਲ ਕੋਡ ਲੈ ਕੇ ਆਵਾਂਗੇ। ਇਹ 3 ਪਲੈਂਕ ਕਹਿੰਦੇ ਸਾਡੇ ਮੁੱਖ ਵਾਅਦੇ ਸੀ, 2 ਅਸੀਂ ਕਰਤੇ ਆ। ਦੋਵਾਂ ਦੇ ਨਾਲ ਜਿੰਨੀ ਕੁ ਜ਼ਹਿਰ ਸਮਾਜ ਦੇ ਅੰਦਰ ਰਾਜਨੀਤੀ ਦੇ ਅੰਦਰ ਲੋਕਾਂ ਦੇ ਮਨਾਂ ਦੇ ਅੰਦਰ ਭਰ ਸਕਦੀ ਸੀ ਉਹ ਅਸੀਂ ਭਰਤੀ ਆ। ਧਾਰਮਿਕ ਫਿਰਕੂਵਾਦ ਅਸੀਂ ਜਿੰਨਾ ਫੈਲਾ ਸਕਦੇ ਅਸੀਂ ਫੈਲਾਤਾ। ਹੁਣ ਆ ਤੀਜਾ ਰਹਿ ਗਿਆ ਜਿਹੜਾ ਆਖਰੀ, ਜਿਹੜਾ ਵੱਡੇ ਪੱਧਰ ਤੇ ਇਹਨੂੰ ਹੋਰ ਵਿਸ਼ਾਲ ਤੌਰ ਤੇ ਲੋਕਾਂ ਵਿੱਚ ਲੈ ਕੇ ਜਾਊਗਾ ਤੇ ਧਰੂਵੀਕਰਨ ਕਰਕੇ ਜਿਹੜੀਆਂ ਆ ਉਹ ਇੱਥੇ ਵੋਟਾਂ ਲੈਣ ਦੀ ਕੋਸ਼ਿਸ਼ ਹੋਊਗੀ। ਮੈਂ ਹੁਣ ਗੱਲ ਕਰਦਾ ਆ ਤੁਹਾਡੀ ਕਿ ਜਿਸ ਵਜ੍ਹਾ ਲਈ ਇਹ ਲਿਆਂਦਾ ਗਿਆ यूनिफॉर्म सिविल कोड, कह की रहे प्रधानमंत्री जी ये कह रहे हैं एक ही परिवार में 2 कानून कैसे हो सकते हैं, हमारा देश एक है उसमें अलग अलग कानून कैसे हो सकते हैं। भाई अलग अलग कानून तो ये संविधान घाड़िया ने उदों नगोशिएट करके इंज किया कि जे इस पासे नूं तुसीं छेड़ोगे या किसी के धर्म के नाल कोई टिंकर करोगे उहदे च इंटरफेयर करोगे तो फिर शांति कभी हो ही नहीं सकती। फिर पहले ही एक पाकिस्तान बन गया, फिर होर सारे कह पारसी कह असीं पारसीस्तान बनाउणा, सिख कह असीं खालिस्तान बनाउणा, मुसलमान कह असीं होर इस्लामिक स्तान बनाउणा, ते ये तो कभी गल एंड होगी नहीं। इसलिए ये उदों ही सोच के कि जिहड़ी कॉन्स्टिट्यूशन के अंदर धारा 24, 25, 26 नहीं 25, 26, 27, 28 ये जिहड़ियां धारा है धर्म के नाल तुसीं कॉन्स्टिट्यूशन के माहर है, फंडामेंटल राइट के तौर पर है। चाहे पार्ट 3 ਦੇ ਵਿੱਚ ਕਨਸਟੀਟਿਊਸ਼ਨ 'ਚ ਉਹਨਾਂ ਨੇ ਕਿਹਾ ਕਿ ਹਰ ਇੱਕ ਨੂੰ ਕੋਈ ਵੀ ਧਰਮ ਮੰਨਣ ਦਾ, ਆਪਣੇ ਨੂੰ ਜੇ ਬਦਲਣਾ ਚਾਹੇ ਬਦਲਣ ਦਾ, ਉਹਨੂੰ ਪ੍ਰੋਪੇਗੇਟ ਕਰਨ ਦਾ, ਉਹਦੇ ਰਸਮਾਂ ਰਿਵਾਜਾਂ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਢਾਲਣ ਦਾ ਪੂਰਨ ਅਧਿਕਾਰ ਆ। ਸਟੇਟ ਉਹਦੇ 'ਚ, ਸਰਕਾਰ ਉਹਦੇ 'ਚ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਹੀਂ ਕਰੂਗੀ। ਇਹ ਕੀ ਕਹਿ ਰਹੇ ਆ? ਇਹ ਉਸ ਗੱਲ ਨੂੰ ਛੱਡ ਰਿਹਾ ਜਿਹੜੀ ਫੰਡਾਮੈਂਟਲ ਆ, ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਹੈ ਸਟੇਟ ਦੇ ਕਿ ਸਟੇਟ ਹੌਲੀ ਹੌਲੀ ਇਹ ਵਖਰੇਵਿਆਂ ਨੂੰ, ਧਰਮਾਂ ਵਾਲਿਆਂ ਨੂੰ ਜਾਂ ਜਾਤੀਗਤ ਜਾਂ ਹੋਰ ਸਾਰਿਆਂ ਵਖਰੇਵਿਆਂ ਨੂੰ ਖਤਮ ਕਰਕੇ ਸਾਰਿਆਂ ਨੂੰ ਇੱਕ ਕਿਸਮ ਦਾ ਸਿਟੀਜ਼ਨ ਮੰਨੂਗੀ ਤੇ ਸਟੇਟ ਕੋਸ਼ਿਸ਼ ਕਰੂਗੀ ਆਰਟੀਕਲ 44 ਦੇ ਮੁਤਾਬਕ ਕਿ ਇੱਥੇ ਯੂਨੀਫਾਰਮ ਸਿਵਲ ਕੋਡ ਹੋਏ। ਭਾਈ ਅਸੀਂ ਵੀ ਇਹੀ ਸਮਝਦੇ ਹਾਂ, ਸਾਨੂੰ ਕੋਈ ਦਿੱਕਤ ਨਹੀਂ। ਅਸੀਂ ਕੀ ਸਮਝਦੇ ਹਾਂ? ਪਰਮਾਤਮਾ ਇੱਕ ਆ, ਰੱਬ ਇੱਕ ਆ, ਸਾਨੂੰ ਪੈਦਾ ਕਰਨ ਵਾਲਾ ਸਾਰਿਆਂ ਨੂੰ ਇੱਕ ਆ, ਉਹਦੇ ਨਾਂ ਅਲੱਗ-ਅਲੱਗ ਆ ਜੀ। ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰੱਬ ਕਹਿੰਦਾ, ਕੋਈ ਕੁਝ ਹੋਰ ਨਾਂ ਨਾਲ ਵੀ ਕਹਿੰਦੇ ਹੋਣਗੇ।
ਜਦ ਅਸੀਂ ਇੱਕੋ ਹੀ ਸ਼ਕਤੀ ਦੀ ਸੰਤਾਨ ਆ ਤੇ ਫਿਰ ਅਸੀਂ ਭੈਣ ਭਰਾ ਆ ਜੀ। ਫਿਰ ਇਹ ਵਖਰੇਵੇਂ ਕਾਹਦੇ, ਜਾਤਾਂ ਦੇ, ਧਰਮਾਂ ਦੇ, ਹੋਰਨਾਂ ਦੇ। ਪਰ ਜੇ ਤੁਸੀਂ ਬਣਾ ਹੀ ਲਏ ਆ, ਬਣਾਏ ਰੱਖੋ ਕਿ ਸਾਰਿਆਂ ਨੂੰ ਭਰਾ ਸਮਝੋ, ਨਫ਼ਰਤ ਨਾ ਕਰੋ, ਗੁੱਸਾ ਨਾ ਕਰੋ, ਕਿਸੇ ਦੇ ਵਿਰੁੱਧ ਭੜਕਾਟ ਨਾ ਕਰੋ, ਉਹਨੂੰ ਆਪਣਾ ਕੰਮ ਕਰ ਦਿਓ, ਅਸੀਂ ਆਪਣਾ ਕੰਮ ਕਰਾਂਗੇ। ਜਿਵੇਂ ਸਾਡੇ ਦੋ ਚਿਹਰੇ ਨਹੀਂ ਮਿਲਦੇ ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਸਰਜਰੀ ਕਰਕੇ, ਇਹਨੂੰ ਪਲਾਸਟਿਕ ਸਰਜਰੀ ਕਰਕੇ ਸਾਰਿਆਂ ਨੂੰ ਇੱਕੋ ਜਿਹੇ ਬਣਾ ਦਿਓ, ਸਾਰੇ ਕੀੜੀਆਂ ਕਾਢਿਆਂ ਭੇਡਾਂ ਵਾਂਗੂ ਲੱਗਣਗੇ। ਅਸੀਂ ਕਹਿੰਦੇ ਹਾਂ ਨਾ ਕਿ ਅਲੱਗ-ਅਲੱਗ ਸੋਹਣੇ ਲੱਗਦੇ ਆ, ਕੋਈ ਕਾਲਾ, ਕੋਈ ਚਿੱਟਾ, ਕੋਈ ਕਿਸੇ ਕਿਸਮ ਦਾ, ਕੋਈ ਉੱਚਾ, ਕੋਈ ਲੰਮਾ, ਕੋਈ ਛੋਟਾ, ਸਾਰਾ। ਇਹ ਕੁਦਰਤ ਨੇ ਇੰਨੀ ਵਿਲੱਖਣਤਾ ਬਣਾਈ। ਉਹ ਕਿਉਂ ਬਣਾਈ ਹੈ? ਰੱਬ ਨੇ ਕਿਉਂ ਬਣਾਈ ਹੈ? ਇਸੇ ਕਰਕੇ ਕਿ ਇਹ ਸੰਸਾਰ ਸੋਹਣਾ ਲੱਗੇ। ਤੁਸੀਂ ਹਰ ਇੱਕ ਨੂੰ ਕਹਿੰਦੇ ਕਿ ਇੱਕੋ ਜਿਹਾ ਹੀ ਕਰ ਦੇਣਾ, ਅਸੀਂ ਇੱਕੋ ਬਰੱਸ਼ ਨਾਲ ਪੇਂਟ ਕਰਨਾ। ਕੱਲ ਕਿਸੇ ਨੇ ਚੰਗਾ ਟੋਣਾ ਮਾਰਿਆ, ਕੱਲ ਨੂੰ ਤੁਸੀਂ ਕਹੋਗੇ ਸਾਨੂੰ 3 ਰੰਗ ਨਹੀਂ ਚੰਗੇ ਲੱਗਦੇ, ਅਸੀਂ ਤੇ ਇੱਕੋ ਭਗਵਾਂ ਹੀ ਰੰਗ ਦਾ ਝੰਡਾ ਕਰ ਦੇਣਾ। ਬਿਲਕੁਲ ਜੀ, ਇਹ ਹੋ ਸਕਦਾ, ਇਹਦੇ ਵਿੱਚ ਕੋਸ਼ਾਂ ਹੈ, ਇਹ ਐਵੇਂ ਨਹੀਂ ਹੈ। ਬਿਲਕੁਲ ਜੀ। ਦੂਜੀ ਗੱਲ ਕਿਸੇ ਨੇ ਕਹੀ, ਮੈਂ ਰਵੀਸ਼ ਨੂੰ ਸੁਣ ਰਿਹਾ ਸੀਗਾ ਜੀ, ਉਹ ਕਹਿੰਦਾ ਜੀ ਠੀਕ ਹੈ ਜੀ, ਕੋਈ ਕਾਨੂੰਨ ਚਾਹੀਦਾ ਸਾਰੇ ਦੇਸ਼ ਲਈ, ਤੁਹਾਡੀ ਗੱਲ ਹੀ ਮੰਨ ਲੈਂਦੇ ਆ, ਪਰ ਤੁਸੀਂ ਤੇ ਜਿੱਦਣ ਮੌਬ ਲਿੰਚਿੰਗ ਹੁੰਦੀ ਆ ਇੱਥੇ ਮੁਸਲਮਾਨਾਂ ਦੀ, ਧੋਖਾਧੜੀ ਹੁੰਦੀ ਆ, ਉਂਝ ਧੋਖੇ ਦੇ ਨਾਲ ਹੀ ਕੋਈ ਮੀਟ ਹੀ ਲਿਜਾ ਰਿਹਾ, ਗਊ ਦਾ ਮੀਟ ਕਰਕੇ ਬੰਦਿਆਂ ਨੂੰ ਮਾਰ ਦਿੰਦੇ ਆ। ਉਹ ਐਗਜ਼ੈਂਪਲਾਂ ਦੇ ਦੱਸ ਰਿਹਾ ਸੀਗਾ। ਹੁਣੇ ਹੀ ਬੰਬੇ ਦੇ ਅੰਦਰ ਇੱਕ ਹਾਊਸ ਦੇ ਵਿੱਚ ਬੱਕਰੀਆਂ 2 ਦੇ ਉੱਤੇ ਇੰਨਾ ਫਸਾਦ ਪਾਤਾ ਕਿ ਬੱਕਰੀ ਕੇ ਲੈ ਕੇ ਉਹ ਬੰਦਿਆਂ ਨੂੰ ਬੱਕਰੀਆਂ ਲੈ ਕੇ ਚਲੇ ਗਏ, ਕੇਸ ਬਣਾਤਾ ਜੇ ਉਹ, ਕਿਉਂਕਿ ਬੱਕਰੀ ਸੀ ਉਹਦੇ ਲਾਗੇ, ਬੱਕਰੀਆਂ ਦੀ ਇੱਕ ਥੋੜੀ ਜੀ ਉਹਨਾਂ ਦਾ ਉਹ ਸੈਕਰੀਫਾਈਸ ਕਰਦੇ ਆ, ਗੁੱਡ ਸੈਕਰੀਫਾਈਸ ਜਾਂ ਜੋ ਵੀ ਕਹੋ, ਉਹ ਉਹਨਾਂ ਦਾ ਈਦ ਜ਼ੁਹਾ ਜਿਹੜੀ ਉਹਨੂੰ ਕਹਿੰਦੇ ਆ, ਬੱਕਰੀ ਈਦ ਜਾਨੀ ਉਹਦਾ ਹੁਣੇ 29 ਤਰੀਕ ਨੂੰ ਹੋ ਕੇ ਹਟੀ ਹੈ। ਤੇ ਉਹਦੇ ਲਈ ਇਹ ਸਾਰਾ ਸੀ। ਉਹਦੇ 'ਚ ਮਤਲਬ ਜਾਣੀ ਜੇ ਮੁਸਲਮਾਨ ਕਿਤੇ, ਉਹ ਕਹਿ ਰਹੇ ਸੀ 2 ਕਾਨੂੰਨ ਕਿਉਂ ਹੈ, ਜੇ ਮੁਸਲਮਾਨ ਸਟੇਸ਼ਨ ਤੇ ਜਾਂ ਗੱਡੀ ਦੇ ਵਿੱਚ ਆਪਣੇ ਵਕਤ ਦੇ ਉੱਤੇ ਨਮਾਜ਼ ਕਰਦੇ, ਆਪਣਾ ਅਕੀਦਾ ਕਰਦੇ ਆ, ਪੂਰਾ ਕਰਦੇ ਆ, ਤਾਂ ਉੱਥੇ ਸਾਨੂੰ ਬੜੀ ਤਕਲੀਫ ਹੁੰਦੀ ਆ ਕਿ ਇਹ ਪਬਲਿਕ ਸਪੇਸ ਆ, ਇਹ ਪਾਰਕ ਆ, ਇਹ ਸੜਕ ਦੇ ਉੱਤੇ ਜੀ ਕਿਉਂ ਨਮਾਜ਼ ਪੜ੍ਹਦੇ ਆ, ਇਹ ਤੇ ਪਬਲਿਕ ਸਪੇਸ ਆ। ਤੇ ਜੇ ਅਸੀਂ ਜਗਰਾਤਾ ਸੜਕ ਨੂੰ ਘੇਰ ਕੇ ਕਰ ਲਈਏ ਫਿਰ ਕੋਈ ਨਹੀਂ। ਬਿਲਕੁਲ ਜੀ, ਹੁੰਦਾ ਕਿ ਨਹੀਂ? ਟ੍ਰੇਨਾਂ ਦੇ ਵਿੱਚ ਹਵਨ ਵੀ ਕਰਦੇ ਦੇਖੇ ਨੇ। ਬਿਲਕੁਲ ਇਹੀ ਗੱਲ ਉਹ ਰਵੀਸ਼ ਮੁੱਦਾ ਉਠਾ ਰਿਹਾ ਸੀ ਵੀ ਤੁਹਾਡੀ ਗੱਲ ਹੀ ਮੰਨ ਲਈਏ, ਤੁਸੀਂ ਇੰਜ ਨਹੀਂ ਕਰ ਰਹੇ। ਤੁਹਾਡਾ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਆ ਯੂਨੀਫਾਰਮ ਹਿੰਦੂ ਸਿਵਲ ਕੋਡ, ਕਿ ਜੋ ਹਿੰਦੂਆਂ ਲਈ ਕੋਡ ਬਣਿਆ ਹੋਇਆ ਉਹ ਅਸੀਂ ਸਿੱਖਾਂ ਲਈ ਵੀ ਬਣਾ ਦੇਣਾ। ਸਿੱਖਾਂ ਲਈ ਤਾਂ ਪਹਿਲਾਂ ਹੀ ਬਣਾਇਆ ਹੈ। ਆਨੰਦ ਮੈਰਿਜ ਐਕਟ ਨੂੰ ਤੇ ਅਜੇ ਤੁਸੀਂ ਉਸ ਨੂੰ ਰੈਕੋਗਨਾਈਜ਼ ਕਰਦੇ ਹੀ ਨਹੀਂ ਹੈਗੇ। ਇਸ ਲਈ ਉਹੋ ਹੀ ਪਾਰਸੀਆਂ ਲਈ, ਉਹੋ ਹੀ ਇਸਲਾਮ ਦੇ ਮੰਨਣ ਵਾਲਿਆਂ ਲਈ, ਤੇ ਉਹੋ ਹੀ ਸਾਡੇ ਕ੍ਰਿਸਚੀਅਨਾਂ ਲਈ ਤੁਸੀਂ ਚਾਹੁੰਦੇ ਆ ਕਿ ਇਹ ਇੱਕੋ ਜਿਹਾ ਕੋਡ ਹੋ ਜਾਏ। ਇਹ ਤੇ ਕਿਸੇ ਦੇ ਜੀਵਨ ਨਾਲ, ਆदिवासियों के जीवन ਨਾਲ खिलवाड़ करने वाली गल है। नमस्कार, मैं रवीश कुमार। प्रधानमंत्री नरेंद्र मोदी ने कहा है कि एक घर में 2 कानून कैसे चलेगा, लेकिन एक देश में एक तरफा और मनमाना कानून कैसे चला आ रहा है कि आप किसी को भी इस शक के आधार पर घेर कर मार दें कि वह कथित रूप से गौ मांस लेकर जा रहा था। या एक तरफा कानून कैसे चल रहा है कि सेना का एक अफसर मस्जिद में जाता है और कहता है जय श्री राम के नारे लगाइए, सेना चुप रह जाती है। या एक तरफा कानून कैसे चल रहा है कि आप सड़क पर तमाम तरह के धार्मिक आयोजन कीजिए, लेकिन कोई चलती ट्रेन में या मॉल में नमाज पढ़ता हुआ देखा जाए तो उसे अपराधी की तरह देखें और गोदी मीडिया में उसे लेकर बवाल पैदा करें। प्रधानमंत्री नरेंद्र मोदी को पता है कि इस तरह का मनमाना और एक तरफा कानून चलाने वाले लोग उनकी राजनीति के लिए वोट बैंक तैयार करते हैं। ये वही लोग हैं जो वही नारा लगाते हैं जो इनके राजनीतिक समर्थक लगाते हैं। इसी वजह से जब दुनिया भर में सवाल पूछा जाने लगा तो जवाब नहीं मिला। इस राजनीति ने धर्म के नाम पर बने नाना प्रकार के संगठनों को कानून से भी ऊपर बना दिया है। और यही नहीं, एक तरफा तरीके से लोगों को दंगाई भी बना रहा है। एक दंगाई वो हैं जो हत्या में शामिल हैं और एक वो हैं जो इस तरह के नारे लगाते हुए भय पैदा कर रहे हैं और अपने आप को भावी दंगाई के रूप में तैयार कर रहे हैं। झारखंड में तबरेज अंसारी की हत्या के मामले में जिन 10 लोगों को सजा हुई है उम्र कैद की, उन्हें हत्यारा और दंगाई इसी राजनीति ने बनाया। प्रकाश मंडल, कमल महतो, सुरनामू प्रभात, प्रेमचंद्र महली, मदन नायक, चामू नायक, महेश महली, विक्रांत मंडल, भीम सिंह मंडल और अतुल महली भी वही कर रहे थे जो मीरा रोड के हाउसिंग सोसाइटी के लोग कर रहे थे और पुलवामा की मस्जिद में घुसकर सेना का अफसर कर रहा था। राजनीति का यह प्रोजेक्ट
भीम सिंह मंजल और विक्रांत मंडल जैसे हिंदू युवाओं को हत्यारा बना रहा है। इसे रोकना होगा। ਇਹ ਅੱਜ ਚੰਗਾ ਵੱਡਾ ਵਾਬਰੋਲਾ ਬਣਿਆ ਹੋਇਆ, ਇਸੇ ਕਰਕੇ ਭਾਵੇਂ ਉਹ ਅਕਾਲੀ ਦਾ ਲਿਆ, ਤੁਸੀਂ ਦਲਜੀਤ ਸਿੰਘ ਚੀਮਾ ਦਾ ਨਾਮ ਲਿਆ ਕਿ ਉਹਨਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ, ਭਾਵੇਂ ਉਹ ਹੈ ਸਟਾਲਿਨ ਹੁਣੀ, ਉਹ ਇੱਕ ਬੜੇ ਇਨਕਲਾਬੀ ਬੰਦੇ ਜਿਹੋ ਉਹਦਾ ਨਾਂ ਹੀ ਹੈਗਾ, ਤੇ ਸਾਊਥ ਦੇ ਵਿੱਚ ਸਭ ਤੋਂ ਅਹਿਮ ਮੂਵਮੈਂਟ ਪੇਰੀਅਰ ਦੀ ਲੈਗੇਸੀ ਨੂੰ ਲੈ ਕੇ ਅੱਗੇ ਆਉਣ, ਬਿਲਕੁਲ ਉਹਨਾਂ ਦੀਆਂ ਵੱਡੀਆਂ ਵੱਡੀਆਂ ਐਂਟੀ ਬ੍ਰੈਹਮਨਿਕਲ ਐਂਟੀ ਹਿੰਦੀ ਜਿਹੜੀਆਂ ਮੂਵਮੈਂਟਾਂ ਬੜੀਆਂ ਪੈਰੀਆਰ ਹੋਰ ਸਾਰਿਆਂ ਦੀਆਂ ਮੂਵਮੈਂਟਾਂ ਰਹੀਆਂ, ਉਹਦੇ ਚੰਡੇ ਹੋਏ ਤੇ ਉਹਨਾਂ ਨੂੰ ਹਟਾਉਂਦੇ ਹੋਏ ਉਹ ਲੋਕ ਆ, ਉਹ ਵੀ ਉਸ ਤਰ੍ਹਾਂ ਉਹਨਾਂ ਨੇ ਦਹਾੜ ਮਾਰੀ ਆ। ਖਬਰਦਾਰ ਹੈ ਤੁਹਾਡੇ ਏਜੰਡੇ ਅਸੀਂ ਨਹੀਂ ਚੱਲਣ ਦਿਆਂਗੇ, ਜਿਹੜੇ ਏਜੰਡੇ ਤੁਸੀਂ ਲੈ ਕੇ ਆ ਰਹੇ ਆ ਕਿ ਲੋਕਾਂ ਦੇ ਵਿੱਚ ਆਪਸੀ ਨਫ਼ਰਤ ਧਰਮ ਦੀ ਜਿਹੜੀ ਆਪਸੀ ਉਹ ਪਾ ਕੇ ਤੇ ਤੁਸੀਂ ਕਰੋਗੇ, ਇਹ ਨਹੀਂ ਅਸੀਂ ਚੱਲਣ ਦਿਆਂਗੇ। ਤਾਂ ਅਸੀਂ ਸਾਰੇ ਇਸ ਦੇਸ਼ ਦੇ ਵਾਸੀ ਆ, ਇੱਕੋ ਸੰਵਿਧਾਨ ਆ, ਅਸੀਂ ਉਸ ਸੰਵਿਧਾਨ ਨੂੰ ਮੰਨਦੇ ਆ, ਸਾਰਾ ਦੇਸ਼ ਮੰਨਦਾ। ਤੁਸੀਂ ਆਪਣੇ ਢੰਗ ਦੇ ਨਾਲ ਨਵੇਂ ਤੋਂ ਨਵੇਂ ਜਿਹੜੇ ਲੋਕਾਂ ਦੇ ਵਿੱਚ ਵਿਥਾਂ ਪਾਉਣ ਵਾਲੇ ਕਾਨੂੰਨ ਲਿਆ ਕੇ ਲੋਕਾਂ ਦੇ ਵਿੱਚ ਆਪਸੀ ਬੇਭਰੋਸਗੀ ਨੂੰ ਹੋਰ ਉਤਸ਼ਾਹਿਤ ਕਰਕੇ ਸਿਰਫ ਤੇ ਸਿਰਫ ਵੋਟਾਂ ਲੈਣ ਲਈ 2024 'ਚ ਇੱਕ ਏਜੰਡਾ ਲੈ ਕੇ ਆਏ ਆ, ਜਿਹੜਾ ਕਿ ਬਹੁਤ ਹੀ ਅੱਗ ਲਾਊ, ਭੜਕਾਊ ਤੇ ਖਤਰਨਾਕ ਆ, ਜਿਹੜਾ ਦੇਸ਼ ਦੇ ਏਕਤਾ ਲਈ ਵੀ ਕਾਫੀ ਹਾਨੀਕਾਰਕ ਹੋ ਸਕਦਾ। ਜੀ ਪ੍ਰੋਫੈਸਰ ਸਾਹਿਬ, ਜਿਵੇਂ ਕਿ ਮੋਦੀ ਦੀਆਂ ਜਿਹੜੀਆਂ ਨੀਤੀਆਂ ਨੇ, ਜ਼ਿਆਦਾਤਰ ਉਹ ਜਿਵੇਂ ਲਾਅ ਬਣਾ ਰਹੇ ਨੇ, ਉਹ ਲੋਕਾਂ ਨੂੰ ਸਹੂਲਤਾਂ ਘੱਟ ਦੇਣ ਦੇ ਲਈ ਉਹ ਜ਼ਿਆਦਾਤਰ ਪਾੜ ਪਾਉਣ ਲਈ ਜਿਹੜੇ ਲਾਅ ਬਣਾ ਰਹੇ ਨੇ, ਤਾਂ ਕਿ ਲੋਕਾਂ ਦਾ ਆਪਸੀ ਭਾਈਚਾਰਾ ਜਿਹੜਾ ਉਹ ਖਰਾਬ ਹੋਵੇ। ਇਸੇ ਨਾਲ ਆਪਾਂ ਦੇਖੀਏ ਕਿ ਮਨੀਪੁਰ ਦੇ ਵਿੱਚ ਦੇਖਿਆ ਲਗਭਗ 2 ਮਹੀਨੇ ਹੋ ਗਏ ਨੇ, ਉੱਥੇ ਬਹੁਤ ਜ਼ਿਆਦਾ ਹਿੰਸਾ ਹੋ ਰਹੀ ਆ, ਤੇ ਆਪਣੇ ਕਾਂਗਰਸ ਦੇ ਰਾਹੁਲ ਗਾਂਧੀ ਸਾਹਿਬ ਵੀ ਤੇ ਖੜਗੇ ਸਾਹਿਬ ਵੀ ਉੱਥੇ ਜਾ ਕੇ ਆਏ ਨੇ, ਤੇ ਇਹ ਜਦੋਂ ਗਏ ਨੇ ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਨੂੰ ਜਾਣ ਲਈ ਦਿੱਤਾ ਜਾ ਰਿਹਾ ਸੀ ਅੰਦਰ, ਤੇ ਉਹਨਾਂ ਦੀ ਜਿਹੜੀ ਫੇਰੀ ਸੀ ਉਹਦੇ ਕੀ ਰਹੀ ਉਹਨਾਂ ਦੀ ਫੇਰੀ 'ਚ? ਨਹੀਂ ਦੇਖੋ, ਇੱਕ ਤੇ ਗੱਲ ਇਹ ਆ ਕਿ ਇਹ ਬੜੀ ਚੰਗੀ ਗੱਲ ਆ ਕਿ ਰਾਹੁਲ ਗਾਂਧੀ ਜਿਹਨੂੰ ਕਿਸੇ ਵੇਲੇ ਇਹਨਾਂ ਨੇ ਉਹਦੀ ਸ਼ੇਡ ਪੱਪੂ ਪਾਤੀ ਸੀਗੀ, ਜਿਹੜਾ ਕਿ ਚਪਕਾਤਾ ਗਿਆ ਸੀ ਅਸਲ ਵਿੱਚ ਇਹਨਾਂ ਦੇ ਸੋਸ਼ਲ ਮੀਡੀਆ ਵੱਲੋਂ, ਉਹ ਹੁਣ ਬਿਲਕੁਲ ਹੀ ਭੁੱਲ ਹੀ ਗਏ ਆ, ਹੁਣ ਡਰੇ ਫਿਰਦੇ ਆ। ਜਦੋਂ ਦੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ, ਪਟਨੇ ਦੀ ਜਿਹੜੀ ਮੀਟਿੰਗ ਹੋ ਕੇ ਹਟੀ ਹੈ, ਉਦੋਂ ਬਾਅਦ ਇਹ ਮੀਟਿੰਗ ਉਹ 23 ਤਰੀਕ ਨੂੰ ਹੋ ਕੇ ਹਟੀ ਹੈ, ਹਾਂ 23 ਨੂੰ ਪਟਨਾ 'ਚ ਹੋਈ ਹੈ, ਤੇ 14-15 ਨੂੰ ਜਿਹੜੀ ਸ਼ਿਮਲੇ 'ਚ ਮੀਟਿੰਗ ਹੋਣੀ ਸੀਗੀ, ਉਹ ਮੀਟਿੰਗ ਹੁਣ ਉਹਨਾਂ ਨੇ ਬੈਂਗਲੁਰੂ ਦੇ ਵਿੱਚ, ਜਿਹਨੂੰ ਬੈਂਗਲੌਰ ਕਹਿੰਦੇ ਸੀ, ਉੱਥੇ ਰੱਖਤੀ ਹੈ, ਕਿਉਂਕਿ ਸ਼ਿਮਲੇ 'ਚ ਮੀਂਹ ਬਹੁਤ ਪੈ ਰਿਹਾ ਤੇ ਉਹ ਕੋਈ ਪਤਾ ਨਹੀਂ ਹੈ ਕਿ ਅਨਪ੍ਰੈਡਿਕਟੇਬਲ ਵੈਦਰ ਹੈਗੀ ਆ। ਉਸ ਮੀਟਿੰਗ ਤੋਂ ਤੇ ਪਹਿਲੀ ਜਿਹੜੀ ਪਟਨੇ ਵਾਲੀ ਮੀਟਿੰਗ ਤੋਂ ਪ੍ਰਧਾਨ ਮੰਤਰੀ ਉਦੋਂ ਬਾਹਰ ਸੀ, ਉਹਨਾਂ ਨੂੰ ਨਹੀਂ ਸੀ ਪਤਾ, ਉਹ ਤੇ ਉੱਥੇ ਆਪਣਾ ਡਿਨਰ ਵਗੈਰਾ ਮੌਜਾਂ ਕਰ ਰਹੇ ਸੀਗੇ। ਉਹ ਤੇ ਗੱਲ ਲੱਗ ਗਿਆ ਕਿ ਆਉਣ ਲੱਗਿਆ ਉਹ ਜਿਹੜੀ ਪ੍ਰੈਸ ਕਾਨਫਰੰਸ ਹੋਈ, ਉਹਨਾਂ ਨੇ ਕਾਫੀ ਇਹਨਾਂ ਦਾ ਡਿਨਰ ਦਾ ਸਵਾਦ ਜਿਹੜਾ ਖਰਾਬ ਕਰਤਾ। ਪਰ ਇੱਥੇ ਆਉਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਤੇ ਸਾਰੇ ਹੀ ਇਕੱਠੇ ਹੋਏ ਫਿਰਦੇ ਆ। ਹੁਣ ਉਹ ਬੜੇ ਚਿੰਤਤ ਹੋਏ ਆ ਤੇ ਕੋਈ ਨਾ ਕੋਈ ਏਜੰਡਾ ਇਹੋ ਜਿਹਾ ਕੱਢਣਾ ਚਾਹੁੰਦੇ ਆ ਕਿ ਜਿਹਦੇ ਨਾਲ ਉਹਨਾਂ ਦੀ ਮੋੜ ਇੱਕ ਲੋਕਾਂ ਦੇ ਵਿੱਚ ਪਿਰਤ ਜੀ ਬਣ ਜੇ, ਲੋਕਾਂ ਨੂੰ ਲੱਗੇ ਕਿ ਅਸੀਂ ਕੁਝ ਕਰ ਰਹੇ ਹਾਂ, ਜਿਹਦੇ ਵਿੱਚੋਂ ਇਹ ਯੂਨੀਫਾਰਮ ਸਿਵਲ ਕੋਡ ਇੱਕ ਚਾਬੀ ਹੈ ਜਿਹੜੀ ਆਉਂਦਿਆਂ ਉਹਨਾਂ ਨੇ ਮਰੋੜੀ ਹੈ। ਉੱਥੇ ਪ੍ਰਧਾਨ ਮੰਤਰੀ ਨੇ ਅਜੇ ਉੱਥੇ ਬਾਰੇ ਕੁਝ ਨਹੀਂ ਕਿਹਾ, ਤੁਸੀਂ ਸੁਣਿਆ ਕਦੀ? ਨਹੀਂ। ਇਹ ਜ਼ਰੂਰ ਆ ਕਿ ਅਮਿਤ ਸ਼ਾਹ ਇੱਕ ਵਾਰੀ ਜਾ ਕੇ ਵੀ ਆਏ ਆ, ਫਿਰ ਵਿਰੋਧੀ ਪਾਰਟੀਆਂ ਦੀ ਮੀਟਿੰਗ ਵੀ ਕੀਤੀ ਆ, ਉੱਥੇ ਮੰਗ ਉੱਠ ਰਹੀ ਆ ਕਿ ਚੀਫ ਮਿਨਿਸਟਰ ਤੋਂ ਰਿਜ਼ਾਈਨ ਲੈ ਲਿਆ ਜਾਏ, ਉਹ ਵੀ ਅਜੇ ਕੁਝ ਨਹੀਂ ਆ। ਲੇਕਿਨ ਅੱਜ ਫਿਰ 2 ਨੌਜਵਾਨਾਂ ਦੀ ਉੱਥੇ ਡੈਥ ਹੋ ਗਈ। ਕਿਸੇ ਪਤਾ ਨਹੀਂ ਹੁਣ ਕਾਰਨ ਤੇ ਪੂਰੀ ਖਬਰ ਇੱਥੇ ਆਉਂਦੀ ਨਹੀਂ, ਇੰਟਰਨੈਟ ਬੰਦ ਆ, ਬੁਰਾ ਹਾਲ ਆ। ਜੋ ਧਾਰਾ 370 ਜੰਮੂ ਕਸ਼ਮੀਰ 'ਚ ਹਟਾਉਣ ਤੋਂ ਬਾਅਦ ਪੂਰੀ ਫੌਜ ਦੇ ਕੰਟਰੋਲ 'ਚ ਸੀ, ਹਰ ਘਰ ਦੇ ਸਾਹਮਣੇ ਫੌਜੀ ਬੈਠਾ ਸੀ। ਮੈਂ ਖੁਦ ਜਾ ਕੇ ਦੇਖ ਕੇ ਆਇਆ ਸੀ ਉਦੋਂ, ਮੈਂ ਦਸੰਬਰ 'ਚ ਹੀ ਚਲਾ ਗਿਆ ਸੀ, ਅਗਸਤ ਵਿੱਚ ਇਹ ਹੋਇਆ ਸੀ, ਉਦੋਂ ਵੀ ਹਾਲਤ ਬੜੇ ਟੈਂਸ ਸੀ, ਇੰਟਰਨੈਟ ਨਹੀਂ ਸੀ ਅਜੇ ਆ ਰਿਹਾ। ਤਾਂ ਉਹ ਹਾਲਤ ਇਸ ਵੇਲੇ 2 ਮਹੀਨਿਆਂ ਤੋਂ ਮਣੀਪੁਰ ਦੇ ਵਿੱਚ ਹੈਗੀ ਆ, ਬੜੀ ਟੈਂਸ ਆ। ਬੜਾ ਵਪਾਰ ਦਾ, ਐਡਮਿਨਿਸਟ੍ਰੇਸ਼ਨ ਦਾ, ਹਰ ਕਿਸਮ ਦਾ, ਲੋਕਾਂ ਦਾ ਰਿਸ਼ਤਿਆਂ ਦਾ, ਉਹ ਵੀ ਤੇ ਨੁਕਸਾਨ ਹੈ ਜਦੋਂ ਗੱਲਬਾਤ ਨਹੀਂ ਕਰ ਸਕਦੇ। ਹਰ ਕਿਸਮ ਦਾ ਨੁਕਸਾਨ ਉੱਥੇ ਲੋਕਾਂ ਦਾ ਹੋ ਰਿਹਾ, ਪਰ ਪ੍ਰਧਾਨ ਮੰਤਰੀ ਉਹਦੇ ਤੇ ਆ ਕੇ ਕੋਈ ਕਿਸੇ ਕਿਸਮ ਦਾ ਸੋਲਿਡ ਬਿਆਨ, ਤਾਂ ਕਿ ਲੋਕਾਂ 'ਚ ਸਰਕਾਰਾਂ ਤੇ ਭਰੋਸਾ ਬਣੇ, ਕੋਈ ਗੱਲੇ ਨਹੀਂ ਕਰਦੇ। ਇਸ ਬੈਕਗਰਾਊਂਡ ਦੇ ਵਿੱਚ, ਪਿਛੋਕੜ ਦੇ ਵਿੱਚ ਜਦੋਂ ਇਹ ਗਏ ਆ ਰਾਹੁਲ ਗਾਂਧੀ, ਤੁਹਾਨੂੰ ਮੈਂ ਦੱਸਾਂ ਇਹ ਪਹਿਲੇ ਆਪੋਜੀਸ਼ਨ ਦੇ ਵਿੱਚ ਵੱਡੇ ਲੀਡਰ ਜਿਹੜੇ ਉੱਥੇ ਪਹੁੰਚੇ, ਪਹਿਲਾਂ ਕੋਈ ਨਹੀਂ ਪਹੁੰਚਿਆ ਅਜੇ ਤੱਕ। ਕਿਹੜਾ ਉੱਥੇ ਇਹੋ ਜਿਹੀ ਵਰਦੀ ਅੱਗ 'ਚ ਗੋਲੀਆਂ ਚੱਲਦਿਆਂ 'ਚ ਜਾਂਦਾ। ਤੇ ਜਦੋਂ ਇਹਨਾਂ ਦਾ ਵਿਸ਼ਨੂਪੁਰ ਵੱਲ, ਜ਼ਿਲ੍ਹੇ ਵੱਲ ਵਧੇ, ਅੱਗੇ ਜਾਣ ਲੱਗੇ, ਉਸ ਏਰੀਏ ਦੇ ਵਿੱਚ ਜਿੱਥੇ ਚੂੜਾ ਚੰਦਪੁਰ ਦੇ ਵਿੱਚ ਸਭ ਤੋਂ ਵੱਧ ਵਾਇਲੈਂਸ ਹੋਈ ਆ ਉਸ ਜ਼ਿਲ੍ਹੇ 'ਚ, ਉਧਰ ਨੂੰ ਜਾਣ ਲੱਗੇ ਤੇ ਰਾਹ ਦੇ ਵਿੱਚ ਜਿਹੜੇ ਸਿਕਿਉਰਿਟੀ ਦੇ ਬੰਦੇ ਆ ਕੇਂਦਰ ਦੇ ਤੇ ਉਹਨਾਂ ਦੇ ਲੋਕਲ ਵੀ ਹੋ ਸਕਦੇ ਆ, ਉਹਨਾਂ ਨੇ ਇਹਨਾਂ ਨੂੰ ਰੋਕ ਲਿਆ।
ਔਰ ਰੋਕ ਕੇ ਉੱਥੇ ਰਸਤੇ ਦੇ ਵਿੱਚ ਕਿਹਾ ਕਿ ਵੀ ਅੱਗੇ ਆ ਖਤਰਾ। ਅੱਗੇ ਉਂਝ ਔਰਤਾਂ ਵੀ ਸੀਗੀਆਂ ਕੁਝ ਖੜੀਆਂ ਸੀਗੀਆਂ, ਪ੍ਰੋਟੈਸਟਰ ਦੇਖ ਰਹੇ ਆ। ਹੁਣ ਉਹ ਪ੍ਰੋਟੈਸਟਰ ਇਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਇਹਨਾਂ ਨੂੰ ਆਉਣ ਦਿਓ, ਅਸੀਂ ਮਿਲਣਾ ਚਾਹੁੰਦੇ ਆ। ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਇਹ ਇੰਟਰਪ੍ਰੀਟੇਸ਼ਨ ਦਿੱਤੀ ਕਿ ਉਹ ਤੁਹਾਡੇ ਵਿਰੋਧਤਾ ਕਰ ਰਹੇ, ਅਸੀਂ ਤੁਹਾਨੂੰ ਅੱਗੇ ਸਿਕਿਉਰਿਟੀ ਜਿਹੜੀ ਹੈ ਸਾਡੇ ਕੋਲ ਇੰਨੀ ਨਹੀਂ, ਅਸੀਂ ਤੁਹਾਡਾ ਜਾਨ ਮਾਲ ਦਾ ਕੋਈ ਵੀ ਕਿਸੇ ਕਿਸਮ ਦੀ ਗਰੰਟੀ ਨਹੀਂ ਦੇ ਸਕਦੇ, ਇਸ ਕਰਕੇ ਤੁਹਾਨੂੰ ਅੱਗੇ ਅਸੀਂ ਨਹੀਂ ਜਾਣ ਦੇ ਸਕਦੇ। ਉਹ ਉੱਥੋਂ ਮੁੜ ਕੇ ਵਾਪਸ ਆ ਗਏ ਇੰਫਾਲ ਤੋਂ। ਉਹਨਾਂ ਨੇ ਲਿਆ ਹੈਲੀਕਾਪਟਰ, ਉਹ ਸਿੱਧਾ ਹੀ ਉੱਥੇ ਜਾ ਪਹੁੰਚੇ। ਤੁਸੀਂ ਅੱਜ ਫੋਟੋਆਂ ਦੇਖੀਆਂ ਛੋਟੇ ਛੋਟੇ ਬੱਚਿਆਂ ਨਾਲ, ਉਹ ਜਿਹੜੇ ਕੈਂਪਾਂ 'ਚ ਗਏ ਆ ਉੱਥੇ ਕਾਫੀ ਦੇਰ ਹੋ ਗਏ ਆ, 40-50 ਹਜ਼ਾਰ ਲੋਕ ਕੈਂਪਾਂ 'ਚ ਬੈਠੇ ਆ, ਘਰੋਂ ਬੇਘਰ ਬੈਠੇ ਆ, ਕੋਈ ਪਤਾ ਨਹੀਂ। ਉੱਥੇ ਦੇ ਹਾਲਾਤ ਬੜੇ ਟੈਂਸ ਹੈਗੇ ਆ। ਅੱਜ ਕ੍ਰਿਸਚੀਅਨਾਂ ਨੇ ਵੀ ਉਹ ਵੀ ਇਸ ਗੱਲ 'ਤੇ, ਕਿਉਂਕਿ ਉਹਨਾਂ ਦੇ 249 ਚਰਚਾਂ ਨੂੰ ਉੱਥੇ ਸਮੈਸ਼ ਕਰਤਾ ਇੰਫਾਲ, ਜਿਹੜੀ ਉਹਨਾਂ ਦੀ ਰਾਜਧਾਨੀ ਦੇ ਵਿੱਚ ਮਣੀਪੁਰ ਦੇ ਵਿੱਚ। ਉਹ ਆਪਣੇ ਆਪ ਦੇ ਵਿੱਚ ਬੜੇ ਚਿੰਤਤ ਆ ਤੇ ਉਹ ਚਾਹੁੰਦੇ ਆ ਕਿ ਸਰਕਾਰ ਕਿਸੇ ਨਾ ਕਿਸੇ ਕਿਸਮ ਦੀ ਆ ਕੇ ਇੱਥੇ ਸ਼ਾਂਤੀ ਤੇ ਭਰੋਸਾ ਲੋਕਾਂ ਦਾ ਬਣਾਏ। ਹਾਲ ਦੀ ਘੜੀ ਇੱਕ ਗੱਲ ਤੇ ਜ਼ਰੂਰ ਹੋ ਗਈ ਕਿ ਕੋਈ ਤੇ ਵਿਰੋਧੀ ਪਾਰਟੀਆਂ 'ਚ ਵੱਡਾ ਲੀਡਰ ਹੈ ਜਿਹਨੇ ਆਪਣਾ ਆਊਟਰੀਚ ਕੀਤਾ ਦਿਲੋਂ, ਮਤਲਬ ਉੱਥੇ ਉਹਨਾਂ ਦੇ ਲੋਕਾਂ ਨਾਲ ਸਹਾਨੁਭੂਤੀ ਤੇ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਨਾਲ ਖੜੇ ਹੋਏ ਆ। ਰਾਹੁਲ ਗਾਂਧੀ ਦਾ ਇਸ ਗੱਲ ਤੇ ਕਾਫੀ ਦੇਸ਼ ਦੇ ਵਿੱਚ ਵੀ ਤੇ ਦੁਨੀਆ ਦੇ ਵਿੱਚ ਵੀ ਵਾਹਵਾਹੀ ਇਸ ਗੱਲ ਦੀ ਹੋ ਰਹੀ ਹੈ ਕਿ ਘੱਟੋ ਘੱਟ ਉਹ ਉਹਨਾਂ ਦੇ ਦੁੱਖ ਦਰਦ ਦੇ ਵਿੱਚ ਸ਼ਾਮਿਲ ਹੋਏ ਆ। ਮੈਨੂੰ ਲੱਗਦਾ ਕਿ ਅਸੀਂ ਨਹੀਂ ਕਹਿ ਸਕਦੇ ਕਿ ਇਹਦੇ 'ਚ ਕੋਈ ਰਾਜਨੀਤਿਕ ਗੱਲਾਂ ਨਹੀਂ, ਰਾਜਨੀਤਿਕ ਪਾਰਟੀਆਂ ਦੇ ਲੀਡਰ, ਰਾਜਨੀਤੀ ਤੇ ਹੁੰਦੀ ਹੈ, ਪਰ ਲੋਕਾਂ ਨੂੰ ਜ਼ਰੂਰਤ ਸੀਗੀ ਕਿ ਉਹ ਇਸ ਹਾਲਾਤ 'ਚ ਜ਼ਰੂਰਤ ਆ ਕਿ ਜਦੋਂ ਪ੍ਰਧਾਨ ਮੰਤਰੀ ਜਿਹੜੇ ਸਭ ਤੋਂ ਪਾਵਰਫੁਲ ਬੰਦੇ ਆ, ਜਿਹੜੇ ਸਾਰੀ ਦੁਨੀਆ ਤੋਂ ਵੱਡੇ ਆਪਣੇ ਆਪ ਨੂੰ ਲੀਡਰ ਕਹਿੰਦੇ ਆ, ਉਹ ਆਪਣੇ ਘਰ 'ਚ ਜਿਹੜੀ ਅੱਗ ਲੱਗੀ ਉਹਨੂੰ ਬੁਝਾਉਣ 'ਚ ਕੁਝ ਕਰ ਨਹੀਂ ਰਹੇ ਹੈ, ਤਾਂ ਉੱਥੇ ਰਾਹੁਲ ਗਾਂਧੀ ਵੱਲੋਂ ਜਾਣਾ ਔਰ ਉਹਨਾਂ ਨੂੰ ਥੋੜ੍ਹੀ ਸਹਾਨੁਭੂਤੀ ਦਿਖਾਉਣੀ ਤੇ ਉਹਨਾਂ ਨੂੰ ਥੋੜ੍ਹਾ ਸ਼ਾਬਾਸ਼ ਦੇਣੀ, ਵਿਸ਼ਵਾਸ ਦੇਣਾ ਕਿ ਅਸੀਂ ਤੁਹਾਡੇ ਨਾਲ ਹਾਂ, ਅਸੀਂ ਛੇਤੀ ਕੋਈ ਹੱਲ ਕਰਾਂਗੇ, ਇਹ ਬਹੁਤ ਵੱਡੀ ਮਲਮ ਪੱਟੀ ਦਾ ਕੰਮ ਕੀਤਾ। ਪ੍ਰੋਫੈਸਰ ਸਾਹਿਬ, ਅਗਰ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਰੋਜ਼ ਇਹ ਗੱਲਾਂ ਚੱਲਦੀਆਂ ਨੇ ਕਿ ਪ੍ਰਵਾਸ ਹੋ ਰਿਹਾ, ਕਿ ਜਿਹੜੇ ਨੌਜਵਾਨ ਨੇ ਉਹ ਪੰਜਾਬ ਛੱਡ ਕੇ ਬਾਹਰ ਨੂੰ ਜਾ ਰਹੇ ਨੇ, ਤੇ ਨਾਲ ਦੀ ਨਾਲ ਕਈ ਵਾਰ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਨੇ ਕਿ ਉਹਨਾਂ ਦੇ ਨਾਲ ਇੱਥੇ ਬਾਹਰ ਜਾਣ ਦੇ ਨਾਮ ਤੇ ਠੱਗੀਆਂ ਲੱਗ ਰਹੀਆਂ ਨੇ। ਕਈਆਂ ਨੇ ਆਪਣੀਆਂ ਜ਼ਮੀਨਾਂ ਗਹਿਣੇ ਧਰੀਆਂ ਨੇ, ਕਈਆਂ ਨੇ ਕਰਜ਼ੇ ਲੈ ਕੇ ਏਜੰਟਾਂ ਨੂੰ ਪੈਸੇ ਦਿੱਤੇ ਨੇ। ਪਿਛਲੇ ਦਿਨਾਂ 'ਚ ਇਹੋ ਜਿਹੀਆਂ ਕਈ ਖਬਰ ਆਈਆਂ ਨੇ। ਜਿਹੜੀ ਹੁਣ ਇੱਕ ਖਬਰ ਆਈ ਆ ਜਿਹੜਾ ਕਿ ਵੱਡਾ ਸਕੈਮ ਆ, ਉਹਦੇ ਤੇ ਸਰਕਾਰ ਕੀ ਕਰ ਰਹੀ ਹੈ ਜੀ? ਹਾਂ, ਉਹ ਬਰਜੇਸ਼ ਮਿਸ਼ਰਾ ਉੱਥੇ ਪਹਿਲਾਂ ਦਾ ਹੀ ਗਿਆ ਪਿਛਲੇ ਸਾਲ ਦਾ ਕੈਨੇਡਾ ਦੇ ਵਿੱਚ, ਤੇ ਉਹਦੀਆਂ ਖਬਰਾਂ ਇਹਦੇ ਛਾਇਆ ਹੋ ਰਹੀਆਂ ਆ। ਉਹਨੂੰ ਅਰੈਸਟ ਕਰਕੇ ਸ਼ਾਇਦ ਇੰਡੀਆ ਦੇ ਵਿੱਚ ਵਾਪਸ ਬੁਲਾਉਣ ਦੀ ਵੀ ਗੱਲ ਹੋਊਗੀ। ਉਹ ਹੈਰਾਨੀ ਦੀ ਗੱਲ ਇਹ ਆ ਕਿ ਪਿਛਲੇ 2-3 ਸਾਲਾਂ ਦੇ ਵਿੱਚ ਉਹਦੇ 'ਚ 5-6 FIR ਇੱਥੇ ਵੀ ਦਰਜ ਆ। ਸਾਡੀ ਪੁਲਿਸ ਜਦ ਕਰਨਾ ਹੀ ਕੁਛ ਨਹੀਂ ਚਾਹੁੰਦੀ, ਲੋਕੀ ਤੇ ਵੱਧ ਤੋਂ ਵੱਧ ਸ਼ਿਕਾਇਤ ਹੀ ਕਰਨਗੇ ਨਾ ਜੀ। ਤੁਸੀਂ ਕਿਸੇ ਵੀ ਸਕੈਮਸਟਰ ਨੂੰ ਹੌਲੀ ਹੌਲੀ ਕੁਝ ਲੱਖਾਂ ਰੁਪਈਆਂ ਦੇ ਕੇਸ ਤੋਂ ਵਧਾ ਕੇ ਸੈਂਕੜੇ ਕਰੋੜਾਂ ਰੁਪਈਆਂ ਦਾ ਉਹਦਾ ਫਾਇਦਾ ਕਰ ਦੋਗੇ। ਪੁਲਿਸ ਦਾ ਇੰਝ ਹੀ ਵਧਿਆ ਨਾ, ਪੋਲੀਟੀਸ਼ੀਅਨਾਂ ਨੂੰ ਦੇ ਦੇਣਾ, ਪੁਲਿਸ ਨੂੰ ਦੇ ਦੇਣਾ, ਹੋਰਨਾਂ ਨੂੰ ਜਿੱਥੇ ਆਉਣਾ ਆਪਣਾ ਕੰਮ ਕਰੀ ਜਾਣਾ। ਇਹੀ ਪੱਛਮੀ ਬੰਗਾਲ ਦੇ ਵਿੱਚ ਵੀ ਚਿੱਟ ਫੰਡ ਦੀ ਇੱਕ ਵੱਡਾ ਸਕੈਂਡਲ ਚੱਲਿਆ ਸੀ ਤੇ ਬਾਅਦ ਵਿੱਚ ਉਹਦੀ ਸਾਰੀ ਚਰਚਾ ਹੋਈ ਸੀ। ਇਹ ਜਿਹੜੀਆਂ ਗੱਲਾਂ ਹੁੰਦੀਆਂ ਪੁਲਿਸ ਦੇ ਸਹਿਮਤੀ ਦੇ ਨਾਲ, ਤੇ ਕਿਤੇ ਨਾ ਕਿਤੇ ਰਾਜਨੀਤਿਕ ਪੈਟਰਨੇਜ, ਰਾਜਨੀਤਿਕ ਛਤਰੀ ਵੀ ਉੱਪਰ ਹੁੰਦੀ ਹੈ। ਤਾਂ ਗੁਰਦੀਪ, ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਇਸ ਵੇਲੇ ਅਸਲ 'ਚ ਕੋਈ ਵੀ ਪੰਜਾਬ ਨੂੰ ਦਿਲੋਂ, ਜੇ ਕੋਈ ਕਹੀਏ ਨਾ ਕਿ ਜਿਹੜੇ ਸੱਤਾ ਦੇ ਵਿੱਚ ਹੈ, ਜਿਹੜੇ ਕੁਝ ਕਰ ਸਕਦੇ ਆ, ਦਿਲੋਂ ਪਿਆਰ ਕਰਕੇ ਇਸ ਨੂੰ ਬਚਾਉਣਾ ਚਾਹੁੰਦੇ ਹੋਣ, ਉਹ ਮੈਨੂੰ ਦਿਖਦਾ ਨਹੀਂ। ਹਰ ਕੋਈ ਅਗਲਿਆਂ ਦੀ ਤਰਾਸਦੀ ਤੇ ਅਗਲਿਆਂ ਦੀ ਬੇਵਸੀ ਤੇ ਲਾਚਾਰੀ ਤੇ ਆਪਣੀ ਰਾਜਨੀਤੀ ਕਰਨਾ ਚਾਹੁੰਦਾ ਕਿ ਹੁਣ ਮੈਂ ਇਹਦੇ ਤੇ ਵੱਧ ਤੋਂ ਵੱਧ ਆਪਣੇ ਲਈ ਰਾਜਨੀਤਿਕ ਲਾਹਾ ਕਿਵੇਂ ਲੈ ਲਾਂ। ਬਿਲਕੁਲ ਉਹੀ ਗੱਲ ਕਿ ਜਦੋਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੋਈ ਤਕੜਾ ਵੱਡੇ ਅਮੀਰ ਬੰਦੇ ਦਾ ਕੋਈ ਪੇਸ਼ੈਂਟ ਆ ਜਾਂਦਾ, ਉਹਨੇ ਪੇਸ਼ੈਂਟ ਦੀ ਬਿਮਾਰੀ ਦਾ ਨਹੀਂ ਉਹਨੂੰ ਚਿੰਤਾ ਹੁੰਦੀ, ਉਹਨੂੰ ਲੱਗਦਾ ਲੈ ਵੀ ਵੱਡਾ ਮਗਰਮੱਛ ਆ ਗਿਆ, ਹੁਣ ਤੇ ਮੋਟਾ ਪੈਸਾ ਬਣੂਗਾ, ਛੱਡਣਾ ਨਹੀਂ, ਨਿਚੋੜ ਕੇ ਛੱਡਣਾ। ਇਸ ਤਰੀਕੇ ਦੀ ਇੱਕ ਆਦਤ ਸਾਡੇ ਪੋਲੀਟੀਕਲ ਲੋਕਾਂ ਦੀ, ਪਾਰਟੀਆਂ ਦੀ ਬਣ ਗਈ ਆ ਕਿ ਜਦੋਂ ਲੋਕਾਂ ਦੇ ਕੋਈ ਭਾਰੀ ਬਣਦੀ ਹੈ ਜਾਂ ਲੋਕਾਂ ਦੀ ਜਿਹੜੀ ਤਰਾਸਦੀ ਹੈ, ਉਹਦਾ ਹੱਲ ਲੱਭਣ ਦੀ ਜਗ੍ਹਾ ਉਹਦੇ ਤੇ ਰਾਜਨੀਤੀ ਆਪਣੀ ਜ਼ਿਆਦਾ। ਇਸੇ ਕਰਕੇ ਕੋਈ ਹੱਲ ਲੱਭਦਾ ਹੀ ਨਹੀਂ। ਕੱਲਾ ਨੌਜਵਾਨਾਂ ਦਾ ਕਿ ਬਾਕੀ ਸਾਰਾ ਕੁਝ ਦੇਖੋ ਤਾਂ ਉਹ ਟੈਂਕੀਆਂ ਤੇ ਚੜੇ ਹੋਏ, ਪਹਿਲਾਂ ਵੀ ਟੈਂਕੀਆਂ ਤੇ ਚੜੇ ਸੀ, ਕਾਂਗਰਸ ਵੇਲੇ ਵੀ, ਅਕਾਲੀਆਂ ਵੇਲੇ ਵੀ, ਤੇ ਹੁਣ ਫੇਰ ਉਹੋ ਹੀ ਟੀਚਰ ਜਿਹੜੇ ਆ ਉਹ ਕਹਿੰਦੇ ਕਿ ਸਾਡੇ ਤੁਸੀਂ ਤਨਖਾਹਾਂ ਤੇ ਵਧਾਤੀਆਂ, ਪਰ ਕੀਤਾ ਕੀ ਆ ਕੰਮ? ਇੰਨੇ ਚਿਰ ਦੇ ਕਹਿੰਦੇ ਸੀ ਸਰਕਾਰੀ ਨੌਕਰੀਆਂ, ਤਨਖਾਹਾਂ ਦੁੱਗਣੀਆਂ ਕਰਤੀਆਂ, ਥੋੜੀਆਂ ਦੁੱਗਣੀਆਂ ਤੋਂ 10% ਹੋਰ ਉੱਪਰ ਕਰਤਾ ਹੋਊਗਾ,
ਪਰ ਤੁਸੀਂ ਜਿਹੜੇ ਬਾਕੀ ਸਰਕਾਰੀ ਸਾਰੀਆਂ ਸਹੂਲਤਾਂ ਆ ਇਹ ਤੇ ਤੁਸੀਂ ਸਰਕਾਰ ਠੇਕੇਦਾਰ ਬਣ ਗਈ ਤੇ ਸਾਨੂੰ ਪੱਕਾ ਪੈਸਾ ਠੇਕੇਦਾਰੀ ਦਾ ਤੁਸੀਂ ਬਣ ਗਏ, ਸਾਨੂੰ ਸਰਕਾਰੀ ਗ੍ਰੇਡ ਦੇ ਵਿੱਚ ਨੌਕਰੀ ਨੂੰ ਉਹ ਐਕਸੈਪਟ ਨਹੀਂ ਕਰ ਰਹੇ ਜੀ। ਉਹ ਇਸ ਗੱਲ ਦੀ ਵਿਰੋਧਤਾ ਕਰ ਰਹੇ, ਟੈਂਕੀਆਂ ਤੇ ਚੜੇ, ਭਾਵੇਂ ਉਹ EMPLOYE ਆ ਭਾਵੇਂ ਉਹ ਪੈਨਸ਼ਨਰ ਆ। ਪੈਨਸ਼ਨਰ ਕੀ ਕਹਿ ਰਹੇ ਆ, 200 ਰੁਪਈਆ ਸਾਡਾ ਜਿਹੜਾ ਉਹਨਾਂ ਤੇ ਤਜ਼ੀਆ ਲਾਤਾ। ਉਹ ਕਹਿੰਦੇ ਚਾਚਾ ਅਸੀਂ ਤਾਂ ਪਹਿਲਾਂ ਹੀ ਬਜ਼ੁਰਗ ਆ, ਮਹਿੰਗਾਈ ਨੂੰ ਸਾਨੂੰ ਨਜਿੱਠਣ ਲਈ ਥੋੜ੍ਹੇ 4 ਪੈਸੇ ਵੱਧ ਦੇਣੇ ਚਾਹੀਦੇ ਆ। ਤੁਸੀਂ ਉਹ ਕਰਨ ਦੀ ਜਗ੍ਹਾ ਤੁਸੀਂ ਕੀ ਕਰ ਰਹੇ ਆ ਕਿ ਸਾਡੇ ਤੋਂ 200 ਰੁਪਈਆ ਪਰ ਪੈਨਸ਼ਨਰ ਉਹ ਟੈਕਸ ਲਾਤਾ ਕਿ ਸਾਡੇ ਸਰਕਾਰ ਕੋਲ ਪੈਸਾ ਨਹੀਂ, ਅਸੀਂ ਹੁਣ ਇੰਜ ਪੈਸਾ ਇਕੱਠਾ ਕਰਨਾ। ਵੀ ਪੈਸਾ ਜਿਨ੍ਹਾਂ ਕੋਲ ਹੈ ਉਹਨਾਂ ਕੋਲ ਇਕੱਠਾ ਕਰੋ ਨਾ, ਤੁਸੀਂ ਜਿਨ੍ਹਾਂ ਕੋਲ ਹੈ ਨਹੀਂ ਉਹਨਾਂ ਤੋਂ ਕਿਉਂ ਟੈਕਸ ਲਾ ਰਹੇ ਆ? ਉਹ ਛੱਡ ਕੇ ਉਹ ਵੀ ਸਾਰੇ ਸੜਕਾਂ ਦੇ ਉੱਤੇ ਆ। ਨੌਜਵਾਨ ਤੇ ਤੁਸੀਂ ਹੈ ਹੀ ਆ ਖੱਦੇ ਨੌਜਵਾਨ ਜਿਹੜੇ ਆ, ਹੁਣ ਕੋਈ ਡਰੱਗ ਵੱਲ ਜਾ ਰਿਹਾ, ਕੋਈ ਕਹਿੰਦਾ ਕਿ ਜਿੱਥੇ ਦਾ ਲੱਗਦਾ ਇਹਨਾਂ 'ਚ ਗੈਂਗਸਟਰਾਂ 'ਚ ਸ਼ਾਮਲ ਹੋ ਰਿਹਾ, ਕੋਈ ਪੜਕੇ ਪਏ ਆ ਜਿੱਧਰ ਨੂੰ ਜਿਹਨੂੰ ਜਿਸ ਤਰ੍ਹਾਂ ਦਾ ਰਾਹ ਲੱਭਦਾ ਉੱਧਰ ਨੂੰ ਜਾ ਰਿਹਾ। ਬਾਹਰ ਨੂੰ ਤੇ ਜਿਨ੍ਹਾਂ ਕੋਲ 4 ਪੈਸੇ ਉਹ ਤੇ ਪਹਿਲੀ ਪ੍ਰਾਇੋਰਟੀ ਇਹ ਆ। ਪਿੰਡੋ ਪਿੰਡੀ ਤੁਸੀਂ ਮੈਨੂੰ ਖੁਦ ਹੀ ਦੱਸ ਰਹੇ ਸੀ ਕਿ ਤੁਹਾਡੇ ਪਿੰਡ ਦੇ ਵਿੱਚ 5 ਆਈਲੈਟਸ ਖੁੱਲ ਗਏ, ਸੈਂਟਰ ਖੁੱਲ ਗਏ, ਹਾਲਤ ਇਹ ਬਣੀ ਆ। ਯਾਨੀ ਇੱਥੇ ਪੂਰਾ ਪੰਜਾਬ ਇੱਕੋ ਹੀ ਪਾਸੇ ਉਹਦਾ ਧਿਆਨ ਹੈ ਕਿ ਇੱਥੇ ਛੱਡ ਦੇਣਾ। ਫਿਰ ਕਾਹਤੇ ਰਾਜ ਕਰੋਗੇ? ਕਾਹਦੀ ਤੁਹਾਡੀ ਇੱਥੇ ਸਟੇਟਸਮੈਨਸ਼ਿਪ ਹੈ? ਕਾਹਦੀ ਤੁਹਾਡੀ ਪੋਲਿਟਿਕਸ ਹੈ? ਕਾਹਦੀ ਤੁਹਾਡੀ ਆਮ ਆਦਮੀ ਪਾਰਟੀ? ਜਦ ਆਮ ਆਦਮੀ ਪਾਰਟੀ ਇੱਥੇ ਆਮ ਆਦਮੀ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ। ਇਹ ਗੱਲਾਂ ਕੱਲਾ ਉਹਦਾ ਨਹੀਂ, ਤੇ ਜਦੋਂ ਇਹ ਸਕੈਮ ਹੁੰਦੇ ਵੱਡੇ ਵੱਡੇ ਕਿਸੇ ਵੀ ਕਿਸਮ ਦੇ, ਉਹ ਮਿਲੀ ਭੁਗਤਣਾ ਹੁੰਦੇ ਆ, ਭਾਵੇਂ ਉਹ ਡਰੱਗ ਦਾ ਆ, ਭਾਵੇਂ ਉਹ ਰੇਤਾ ਬਜਰੀ ਦਾ ਮਾਫੀਆ, ਭਾਵੇਂ ਉਹ ਹੋਰ ਕਿਸਮ ਦੇ 2 ਨੰਬਰੀ ਕੰਮ ਹੁੰਦੇ ਆ। ਇਸ ਲਈ ਗੁਰਦੀਪ ਇਹ ਤਾਂ ਬੜੀ ਦੁੱਖ ਦੀ ਗੱਲ ਹੈਗੀ ਹੈ ਕਿ ਜਿਹੜਾ ਬਰਜੇਸ਼ ਮਿਸ਼ਰੇ ਦਾ ਇੰਨੀ ਦੇਰ ਦਾ ਇਹ ਪਤਾ ਹੋਣ ਦੇ ਬਾਵਜੂਦ ਕਿ ਉਹ ਜਾਲੀ ਫੋਰਸ ਡਾਕੂਮੈਂਟ ਤੇ ਬੱਚਿਆਂ ਨੂੰ ਬਾਹਰ ਭੇਜ ਰਿਹਾ, ਆਪਣੀ ਵੱਲੋਂ ਹੀ ਉੱਥੇ ਦੇ ਕਿਸੇ ਦੇ ਡਾਕੂਮੈਂਟ ਦਿਖਾ ਕੇ ਕਿ ਉਸ ਯੂਨੀਵਰਸਿਟੀ ਦਾ ਦਾਖਲਾ ਉਸ ਯੂਨੀਵਰਸਿਟੀ ਜਾਂ ਕਾਲਜ ਨੂੰ ਪਤਾ ਹੀ ਨਹੀਂ, ਉੱਥੇ ਭੇਜੀ ਜਾ ਰਹੇ, ਉਹ ਜਾ ਕੇ ਕੰਮ ਕਰੀ ਜਾਂਦੇ। ਤੇ ਹੁਣ ਉਹ ਜਿਹੜੇ 700 ਬੱਚੇ ਉੱਥੇ ਹੜਤਾਲ ਤੇ ਗਏ ਸੀਗੇ, ਹੁਣ ਤੇ ਚਲੋ ਠੰਡ ਢੰਡੌਲਾ ਹੋ ਗਿਆ, ਉਹਨਾਂ 'ਚ ਸ਼ਾਇਦ ਥੋੜ੍ਹੇ ਕੁ ਬੱਚੇ ਜਿਹੜੇ ਜਿਨ੍ਹਾਂ ਨੇ ਜਾ ਕੇ ਐਡਮਿਸ਼ਨਾਂ ਨਹੀਂ ਲਈਆਂ, ਅਸਲ 'ਚ ਕੰਮ ਕਰਨ ਲਈ ਗਏ, ਤੇ ਉਹ ਉਹਦੇ 'ਚ ਸਮਝ ਲਓ ਕਿ ਉਸ ਸਾਜ਼ਿਸ਼ 'ਚ ਜਿਨ੍ਹਾਂ ਨੂੰ ਸ਼ਾਮਿਲ ਮੰਨਿਆ ਜਾਊ, ਸ਼ਾਇਦ ਉਹਨਾਂ ਨੂੰ ਵਾਪਸ ਕਰ ਦੇਣ। ਹਾਲਾਂਕਿ ਉੱਥੇ ਇਸ ਗੱਲ ਦਾ ਕਾਫੀ ਰੋਸ਼ ਆ, ਕਾਫੀ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹ ਉਹਨਾਂ ਦੇ ਬੱਚਿਆਂ ਦੇ ਹੱਕ ਵਿੱਚ ਖੜੀ ਆ ਕਿ ਇਹਨਾਂ ਦਾ ਕੋਈ ਕਸੂਰ ਨਹੀਂ। ਪਰ ਬਰਜੇਸ਼ ਮਿਸ਼ਰਾ ਉੱਥੇ ਬੈਠਾ, ਮੇਰਾ ਖਿਆਲ ਉਹਨੂੰ ਤੁਰੰਤ ਅਰੈਸਟ ਕਰਕੇ ਇੰਡੀਆ ਦੇ ਵਿੱਚ ਡਿਪੋਰਟ ਕਰਨਾ ਚਾਹੀਦਾ ਇੱਥੇ, ਤਾਂ ਕਿ ਸਾਡੇ ਕਾਨੂੰਨ ਮੁਤਾਬਕ ਉਹਦੇ 'ਤੇ ਪੂਰੀ ਜੋ ਕਾਰਵਾਈ ਹੋਵੇ, ਤਾਂ ਕਿ ਇਹ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ ਹੈ। ਪੂਰਾ ਪੈਸਾ ਵੀ ਉਹਦੀ ਕੁਰਕੀ ਹੋਣੀ ਚਾਹੀਦੀ ਹੈ, ਸਰਕਾਰੀ ਖਜ਼ਾਨੇ 'ਚ ਵਾਪਸ ਜਾਣਾ ਚਾਹੀਦਾ, ਜਾਂ ਜਿਹੜੇ ਪੀੜਤ ਲੋਕ ਆ ਉਹਨਾਂ ਨੂੰ ਵਾਪਸ ਦੇਣਾ ਚਾਹੀਦਾ ਜਿਹੜੇ ਵੀ ਹੋਣਗੇ। ਇੰਜ ਨਹੀਂ ਹੈ ਕਿ ਕੋਈ ਵੀ ਲੁੱਟ ਕੇ ਤੇ ਆਪਣਾ ਮੌਜਾਂ ਕਰਨਗੇ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ। ਇਹ ਇੱਕ ਲੋਕਾਂ ਦੀ ਬੇਵਸੀ ਦੇ ਉੱਤੇ ਹੋਰ ਆਪਣੇ ਆਪ ਨੂੰ ਅਮੀਰ ਕਰਨਾ, ਜਿਸ ਤਰ੍ਹਾਂ ਕਿ ਬਹੁਤ ਪੋਲੀਟੀਸ਼ੀਅਨ ਮੈਂ ਤੁਹਾਨੂੰ ਦੱਸਿਆ ਕਰਦੇ ਹੀ ਹੈ, ਉਹ ਅਪਰੋਚ ਹੋਣੀ ਇਹ ਤੇ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜੀ। ਇਹ ਸਨ ਅੱਜ ਦੇ ਮੁੱਦੇ, ਤੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਕੁਝ ਨਵੇਂ ਮੁੱਦੇ ਲੈ ਕੇ ਆਵਾਂਗੇ। ਉਦੋਂ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।